ਓਕੇ ਹੈਲੋ ਜੀ ਹੈਲੋ ਦਰਵਾਜ਼ਾ ਬੰਦ ਕਰ ਦਿੰਦੇ ਸੋ ਕੀ ਹਾਲ ਚਾਲ ਹੈ ਤੁਹਾਡੇ ਤਾਨੇ ਦਾ ਇੰਟਰਵਿਊ ਕਰਨ ਆਏ ਆ ਲੇਟ ਹੋ ਗਈ ਮੈਂ ਥੋੜੀ ਜੀ ਮੈਨੂੰ ਲੱਗਦਾ ਮੈਂ ਸੈਕਿੰਡ ਵਾਰ ਕਿਸੇ ਇੰਟਰਵਿਊ ਲਈ ਲੇਟ ਹੋਈ ਆ ਇੰਨੇ ਸਾਰੇ ਇੰਟਰਵਿਊ ਕੀਤੇ ਬਟ 2 ਵਾਰ ਇੱਦਾਂ ਹੋ ਗਿਆ ਸੋ ਤਾਨੇ ਨੇ ਅੱਜ ਵੈਸੇ ਕਿਤੇ ਜਾਣਾ ਵੀ ਆ ਪਹਿਲੇ ਕਿਹਦੇ ਇੰਟਰਵਿਊ 'ਚ ਲੇਟ ਹੋਈ ਸੀ ਮੈਂ ਨਹੀਂ ਦੱਸੂਗੀ ਬਟ ਹੁਣ ਮੈਨੂੰ ਲੱਗਦਾ ਫਿਲਹਾਲ ਥੋੜ੍ਹਾ ਜਿਹਾ ਆਪਾਂ ਲੇਟ ਚੱਲ ਰਹੇ ਹਾਂ ਸੋ ਟਾਈਮ ਇੱਥੇ ਵੇਸਟ ਨਹੀਂ ਕਰਦੇ ਚੱਲਦੇ ਹਾਂ ਅੰਦਰ ਤਾਨੇ ਨਾਲ ਬਹੁਤ ਸਾਰੀ ਗੱਲਾਂ ਪਤਾ ਕਰਨੀਆਂ ਸੋ ਚੱਲਦੇ ਹਾਂ किधर रह गए ये इंटरव्यू वाले हाय 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 सो सॉरी हम थोड़ा सा लेट हो गए पंजाबी च आनी हूँ मैं हिंदी बोलने लग पई सो सॉरी थोड़ा जिहा लेट हो गए आज that's totally okay we are Indians okay so it's that's in our blood so lovely Tanya to have you on Bollywood Ladka Punjabi and thank you so much अपने इन्ने busy schedule ਵਿੱਚ ਤੁਸੀਂ time ਕੱਢ ਕੇ thank you for ਸਾਨੂੰ coming time ਦਿੱਤਾ all the way thank you so much okay so I want to start this interview by congratulating you क्योंकि तेरी जट्टी ਜਿਹੜਾ ਗਾਣਾ ਹੈ ਨਾ ਰਾਈਟ ਉਹ ਬਿਗ ਹਿੱਟ ਜਾ ਰਿਹਾ ਹੈ ਇਸ ਵੇਲੇ ਹੈ ਨਾ ਬਹੁਤ ਸਾਰੇ ਲੋਕ ਰੀਲਸ ਵੀ ਬਣਾ ਰਹੇ ਹੈ ਸੁਣ ਵੀ ਰਹੇ ਹੈ ਗੱਡੀਆਂ 'ਚ ਵੱਜ ਰਿਹਾ ਸੋ ਕਿਵੇਂ ਦੀ ਫੀਲਿੰਗ ਆ ਰਹੀ ਹੈ ਉਸ ਗਾਣੇ ਦੇ ਵਿੱਚ ਇੰਨਾ ਕੰਮ ਕਰਕੇ ਹਾਂ yeah ਮੈਨੂੰ ਵਧੀਆ ਲੱਗ ਰਿਹਾ ਬਿਕਾਜ਼ ਉਹ ਛੋਟਾ ਜਿਹਾ ਇੱਕ Song ਹੁੰਦਾ 3-4 ਮਿੰਟ ਦਾ ਇੱਕ ਗਾਣਾ ਹੁੰਦਾ ਜਦੋਂ ਤੁਹਾਨੂੰ ਉਹਦੇ 'ਚ ਵੀ ਪਰਫਾਰਮ ਕਰਨ ਨੂੰ ਮਿਲ ਜੇ ਰਾਈਟ ਸੋ ਦੇयर इज ਨਥਿੰਗ ਬੈਟਰ ਦੈਨ ਦੈਟ ਕਿ ਤੁਹਾਨੂੰ ਉਹਦੇ 'ਚ ਵੀ ਐਕਸਪ੍ਰੈਸ਼ਨ ਦੇਣ ਨੂੰ ਮਿਲ ਰਿਹਾ ਹੈ ਵੀ ਆਈ ਐਮ fed up of you कि तू तंग कर रहे हैं and then she's lively girl कि वो enjoy कर रही है so हर छोटे तो छोटा project is very valuable to me actually मेहनत लगती है पता है पिछे सब दी and I am sort of a person जिन्हों I try to get the best that I can get and ਉਹ ਇੱਕ ਉਹਦਾ ਚੰਕ ਰਹਿ ਗਿਆ ਸੀ 3 ਘੰਟੇ ਦਿੱਤੇ ਸੀ ਮੈਂ ਉਹਨੂੰ ਸੂਟ ਸੀਨ ਲਈ orange wala suit and ਜਿਹੜਾ then orange pink pink salwar ਹਾਂ so she made that suit for me in 3 hours with dupatta and everything so it takes ਕਹਿੰਦੇ ਨਾ it takes a village to make a film or a project ਇੰਨੇ ਲੋਕੀ ਲੱਗੇ ਹੁੰਦੇ ਮਗਰ ਉਹਦੇ ਐਂਡ ਅੱਜ ਤੁਹਾਡੀ ਤਾਰੀਫ ਕਰਨੀ ਤੇ ਬਣਦੀ ਵੈਸੇ ਹਮੇਸ਼ਾ ਬਹੁਤ ਸੋਹਣੇ ਲੱਗਦੇ ਬਟ ਯੂ ਆਰ ਲੁਕਿੰਗ ਸੋ ਰੈਵਿਸ਼ਿੰਗ ਟੁਡੇ ਐਂਡ ਮਤਲਬ ਇੰਨੇ ਪਿਆਰੇ ਲੱਗ ਰਹੇ ਹੋ ਇੰਨੀ ਪਿਆਰੀ ਸਾੜੀ ਹੈ ਨਾ ਇੰਨਾ ਪਿਆਰਾ ਮੇਕਅਪ ਦੀ ਵੈਸੇ ਜ਼ਿਆਦਾ ਲੋੜ ਨਹੀਂ ਹੁੰਦੀ ਤਾਨਿਆਂ ਦੀ ਕਿਉਂਕਿ ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰੂੰਗੀ ਅਸੀਂ ਤੁਹਾਡੇ ਸੈੱਟ ਤੇ ਆਏ ਸੀ ਫਿਲਮ ਦੇ ਲੇਖ ਤੇ ਹੈ ਨਾ ਸੋ ਮੈਨੂੰ ਲੱਗਦਾ ਮੈਂ ਜਗਦੀਪ ਸਰ ਨੂੰ ਕਹਿ ਰਹੀ ਸੀ ਮੈਂ ਕਿਹਾ ਮਤਲਬ ਇੰਨੇ ਬਿਊਟੀਫੁਲ ਹੈ ਇਹਨਾਂ ਨੂੰ ਮੇਕਅਪ ਦੀ ਵੀ ਕਹਿੰਦੇ ਹਾਂ ਈਵਨ ਘਟਾਉਣਾ ਪੈਂਦਾ ਸਾਨੂੰ ਕਹਿਣਾ ਪੈਂਦਾ ਕਿ ਨਾਰਮਲ ਰੱਖੋ ਬਿਲਕੁਲ ਹੈ ਨਾ ਹਾਂ ਸੋ ਮੈਨੂੰ ਲੱਗਦਾ ਕਿ ਬਹੁਤ ਘੱਟ ਕੁੜੀਆਂ ਇੱਦਾਂ ਦੀਆਂ ਹੁੰਦੀਆਂ ਹੈ ਸਾਰੀ ਕੁੜੀਆਂ ਬਿਊਟੀਫੁਲ ਹੈ ਬਟ ਬਹੁਤ ਘੱਟ ਕੁੜੀਆਂ ਜਿਹਨਾਂ ਨੂੰ ਇੰਨੇ ਥੋੜੇ ਮੇਕਅਪ ਦੀ ਲੋੜ ਹੁੰਦੀ ਹੈ ਜਾਂ ਲੋੜ ਹੀ ਨਹੀਂ ਹੁੰਦੀ ਹੈ ਨਹੀਂ ਥੈਂਕ ਯੂ ਮੈਨੂੰ ਸੈੱਟ ਤੇ ਇੱਕੋ ਕਾਲ ਹੁੰਦੀ ਹੈ ਇਸਕੋ ਇੱਕ ਟੋਨ ਡਾਰਕ ਕਰਕੇ ਲਾਓ ਸੋ ਬਸ ਇਹੀ ਚੱਲਦਾ ਰਹਿੰਦਾ ਮੇਰੇ ਨਾਲ ਬਟ ਥੈਂਕ ਯੂ ਐਂਡ ਹਾਂ ਅੱਜ ਦਾ ਮੈਂ ਤੁਹਾਨੂੰ ਦੱਸਦੀ ਹਾਂ ਵਾਈ ਆਮ ਵੇਅਰਿੰਗ ਦਿਸ ਸਾੜੀ ਟੁਡੇ ਇਜ਼ ਬਿਕਾਜ਼ ਵੀ ਆਰ ਸੋ ਯੂਜ਼ਡ ਟੂ ਆਫ ਬੀਇੰਗ ਇਨ ਪਜਾਮਾਜ਼ ਐਂਡ ਜੀਨਸ ਕੋਈ ਮੀਟਿੰਗ ਹੈ ਜ਼ੂਮ ਕਾਲ ਹੈ ਥੱਲੇ ਨਾਈਟ ਸੂਟ ਪਾਇਆ ਉੱਤੇ ਕੋਟ ਪਾ ਲਓ and ਥੋੜੇ ਜਿਹੇ ਵਾਲ ਸੈੱਟ ਕੀਤੇ and okay we are ready for the Zoom call but then I was like it's been 2 years now and we are so used to being in comfort clothes and stuff ਕਿ ਅਸੀਂ ਭੁੱਲ ਗਏ that we have some other traditional clothes too so ਤਾਂ ਅੱਜ I took my proper time and ਅੱਜ ਮੈਂ ਆਪਣੇ ਆਪ ਲਈ ਰੈਡੀ ਹੋਈ ਹਾਂ ਖੁਸ਼ੀ ਖੁਸ਼ੀ ਵਾਓ ਥੈਂਕ ਯੂ ਸੋ ਮਚ ਔਰ ਇਨਡਾਇਰੈਕਟਲੀ ਸਾਡੇ ਲਈ ਵੀ ਰੈਡੀ ਹੋ ਗਏ ਹੋ ਬਟ ਬਹੁਤ ਸੋਹਣੇ ਲੱਗ ਰਹੇ ਹੋ ਤੁਸੀਂ ਹੈ ਨਾ ਐਕਸਪ੍ਰੈਸ਼ਨ ਕੁਈਨ ਤੁਹਾਨੂੰ ਕਿਹਾ ਜਾਂਦਾ ਹੈ ਇੰਡਸਟਰੀ ਦੇ ਵਿੱਚ ਰਾਈਟ ਐਂਡ ਇੰਨੇ ਪਿਆਰੇ ਪਿਆਰੇ ਐਕਸਪ੍ਰੈਸ਼ਨਸ ਆਉਂਦੇ ਆ ਹਰ ਤਰ੍ਹਾਂ ਦੇ ਇਮੋਸ਼ਨ ਜਿੱਦਾਂ ਚੇਂਜ ਹੁੰਦਾ ਐਕਸਪ੍ਰੈਸ਼ਨ ਤੁਹਾਡਾ ਹਮੇਸ਼ਾ ਚੇਂਜ ਹੋ ਜਾਂਦਾ ਹੈ ਨਾ ਸੋ ਬਚਪਨ ਤੋਂ ਐਕਸਪ੍ਰੈਸ਼ਨਸ ਜਿਹੜੇ ਹੈ ਉਹ ਟਰਾਈ ਕਰਦੇ ਰਹਿੰਦੇ ਸੀਗੇ ਤੁਸੀਂ ਜਾਂ ਫਿਰ ਮਤਲਬ ਇਹ ਤੁਹਾਨੂੰ ਪਤਾ ਹੀ ਨਹੀਂ ਕਿੱਦਾਂ ਹੈ ਬਸ ਇੱਕ ਅੰਦਰ ਕੁਆਲਿਟੀ ਹੈ I don't know I mean ਵੇਖਣ ਵਾਲੇ ਨੂੰ ਸ਼ਾਇਦ ਪਤਾ ਲੱਗਦਾ ਕਰਨ ਵਾਲਾ ਕਦੀ ਸੈਟੀਸਫਾਈ ਨਹੀਂ ਹੁੰਦਾ ਉਹਨੂੰ ਲੱਗਦਾ ਹੋਰ ਬੈਟਰ ਐਂਡ ਆਈ ਜੈਨੂਇਨਲੀ ਡੋਂਟ ਨੋ ਮੇਰੇ ਕੋਲ ਜੋ ਸੀਨ ਹੈ ਮੈਂ ਸਿਰਫ ਉਹਨੂੰ ਪਰਫਾਰਮ ਕਰਦੀ ਹਾਂ there are billion ways to perform one scene ਕੋਈ hard and fast foundation ਹੈ ਨਹੀਂ ਬਟ ਆਈ ਟਰਾਈ ਕਿ ਉਹਨੂੰ ਜਿੰਨਾ ਐਕਸਪ੍ਰੈਸਿਵ ਕਰ ਸਕਾਂ ਬਿਕਾਜ਼ ਇੱਕ ਰਾਈਟਰ ਨੇ ਬਹੁਤ ਐਕਸਪ੍ਰੈਸ਼ਨਸ ਪਾਏ ਹੁੰਦੇ ਜੋ ਐਕਟਰ ਨਹੀਂ ਪਰਫਾਰਮ ਕਰ ਰਿਹਾ ਤੇ ਉਹਦੀ ਰਾਈਟਿੰਗ ਜ਼ੀਰੋ ਹੋ ਗਈ ਜੋ ਐਕਟਰ ਓਵਰ ਪਰਫਾਰਮ ਕਰ ਰਿਹਾ ਤੇ ਉਸ ਸੀਨ ਦਾ ਇੰਪੈਕਟ ਖਤਮ ਹੋ ਗਿਆ ਉੱਥੇ ਸੋ ਆਈ ਟਰਾਈ ਕਿ ਜਿੰਨਾ ਜੈਨੂਇਨਲੀ ਇੱਕ ਆਰਟਿਸਟ ਉਸ ਕਰੈਕਟਰ 'ਚ ਰਹਿ ਕੇ ਪਰਫਾਰਮ ਕਰ ਸਕੇ ਮੈਂ ਬਸ ਉਹ ਕਰਦੀ ਹਾਂ ਐਂਡ ਆਈ ਡੋਂਟ ਨੋ ਵਾਟ ਕਮਸ ਔਨ ਸਕਰੀਨ ਐਂਡ ਵਾਟ ਕੈਮਰਾ ਕੈਚਿਸ ਐਂਡ ਓਨੈਸਟਲੀ ਮੈਨੂੰ ਕੈਮਰੇ ਦਾ ਇੰਨਾ ਪਤਾ ਵੀ ਨਹੀਂ ਦੈਟ ਵੇਅਰ ਕੈਮਰਾ ਇਜ਼ ਗੋਇੰਗ ਔਨ ਐਂਡ ਆਈ most of the times never care कि camera कितने और मेरी profile should be visible I feel like if I'm talking 101 to the person मेरा उस emotion वाल ध्यान होना चाहिए जो मैं अपने father नाल या को character जो भी मेरे सामने बैठा है mother है जो perform कर रहा है so I
gave importance to that, and camera catches everything, and that's ਹਮ how you guys watch it. ਮੈਨੂੰ genuinely ਨਹੀਂ ਪਤਾ that how it comes. ਹਾਂ ਇੱਕ ਚੀਜ਼ ਹੋਰ ਬੜੀ ਦੇਖੀ ਸੀ ਮੈਂ ਮਤਲਬ ਨੋਟਿਸ ਕੀਤੀ ਉਸ ਟਾਈਮ ਤੇ ਤੁਸੀਂ ਡਾਇਰੈਕਟਰ ਵੱਲੋਂ ਚਾਹੇ ਓਕੇ ਹੋ ਗਿਆ ਕਿ ਹਾਂ ਤਾਨਿਆ ਓਕੇ ਹੈ ਬਟ ਤਾਨਿਆ ਨੂੰ ਹੁੰਦਾ ਹੈ ਕਿ ਨਹੀਂ ਇੱਕ ਵਾਰ ਦਿਖਾਓ ਅੱਛਾ ਨਹੀਂ ਮੈਂ ਦੁਬਾਰਾ ਕਰਕੇ ਦੇਖਦੀ ਹਾਂ ਹੈ ਨਾ ਜਾਂ ਮੈਂ ਦੁਬਾਰਾ ਕਰਦੀ ਹਾਂ ਕਿ ਹੋਰ ਮਤਲਬ ਬੈਸਟ ਤੋਂ ਵੀ ਉੱਪਰ ਦੀ ਜਿਹੜੀ ਚੀਜ਼ ਹੈ ਉਹ ਉਹਦੀ ਆਊਟਕਮ ਆਏ ਸੋ ਮਤਲਬ ਇਹ ਚੀਜ਼ਾਂ ਵੀ ਬਹੁਤ ਘੱਟ ਆਰਟਿਸਟ ਦੇ ਵਿੱਚ ਹੁੰਦੀਆਂ ਓਬਵੀਅਸਲੀ ਹਰ ਆਰਟਿਸਟ ਮਿਹਨਤ ਕਰਦਾ ਹੈ ਉਹ ਹਰ ਕਿਸੇ ਨੂੰ ਹੁੰਦਾ ਹੈ ਕਿ ਮੈਂ ਆਪਣਾ ਬੈਸਟ ਦੇਵਾਂ ਪਰ ਮੈਨੂੰ ਲੱਗਦਾ ਕਿ ਅੱਛੀ ਚੀਜ਼ ਹੁੰਦੀ ਹੈ ਤਾਂ ਹੀ ਤੁਹਾਡੀ ਜਿਹੜੀ ਪਰਫਾਰਮੈਂਸ ਹੈ ਉਹ ਨਿਖਰ ਪਤਾ ਕੇ ਨਹੀਂ ਹੈ ਅੱਗੇ ਤਾਂ ਆਉਂਦੀ ਹੈ ਡਾਇਰੈਕਟਰ ਨੂੰ ਹੀ ਪਤਾ ਹੈ ਕਿ ਉਹ ਇਰੀਟੇਟ ਹੋ ਜਾਂਦਾ ਹੈ ਔਰ ਹੀ ਫੀਲਸ ਲਾਈਕ ਕਿ ਹਾਂ ਕੁੜੀ ਵਧੀਆ ਕਰ ਰਹੀ ਹੈ ਇਟ ਡਿਪੈਂਡਸ ਅਪਨ ਪਰਸਨ ਟੂ ਪਰਸਨ ਬਟ ਮੈਨੂੰ ਲੱਗਦਾ ਹੈ ਦੈਟ ਆਰਟਿਸਟ ਇਜ਼ ਅ ਕੈਟੇਗਰੀ ਵਿਚ ਇਜ਼ ਨੈਵਰ ਸੈਟਿਸਫਾਈਡ be it a painter, be it a dancer, be it an actor, be it whatever artist it is ਜਿਹਨੇ ਪੇਂਟਰ ਨੇ ਬਹੁਤ ਸੋਹਣੀ ਬਣਾਈ ਹੁੰਦੀ ਹੈ ਵੀ ਸਾਨੂੰ ਲੱਗਦਾ ਵੀ ਇਸ ਤੋਂ ਵਧੀਆ ਤੇ ਪੇਂਟਿੰਗ ਹੀ ਨਹੀਂ ਹੋ ਸਕਦੀ he is still not satisfied मैं ये कर सकता था then I feel like artist category I get you bro ਓਕੇ ਸੋ ਮੈਂ ਜ਼ਿਆਦਾ ਹਿਸਟਰੀ ਕਿਉਂਕਿ ਸਾਰਿਆਂ ਨੂੰ ਪਤਾ ਹੈ ਤਾਨਿਆ ਦੀ ਹੈ ਨਾ ਤਾਨਿਆ ਨੇ ਕਿੰਨੀ ਫਿਲਮਸ ਪਹਿਲੇ ਕੀਤੀਆਂ ਉਸ ਤੋਂ ਬਾਅਦ ਕਿਹੜੀ ਫਿਲਮ ਲੀਡ ਦੇ ਵਿੱਚ ਆਏ ਸੀਗੇ ਤੁਸੀਂ ਇਹ ਵੀ ਜਾਣਦੇ ਹੋ ਕਿ ਤਾਨਿਆ ਬਹੁਤ ਅੱਛੀ ਕਲਾਸੀਕਲ ਡਾਂਸਰ ਹੈ ਨਾ ਔਰ ਨੈਸ਼ਨਲ ਲੈਵਲ ਤੇ ਤੁਸੀਂ ਮੈਨੂੰ ਲੱਗਦਾ ਕਿ ਪਰਫਾਰਮ ਵੀ ਕੀਤਾ ਹੋਇਆ ਹੈ ਸੋ ਵੱਡੀ ਚੀਜ਼ ਹੈ ਤਾਨਿਆ ਐਨੀਮਲ ਲਵਰ ਕਵਾਂ ਕਿ ਮੈਂ ਸਿਰਫ ਡੌਗ ਲਵਰ ਕਵਾਂ ਤੁਹਾਨੂੰ animal lover ਹੈ ਨਾ ਐਨੀਮਲ ਲਵਰ ਵੀ ਬਹੁਤ ਔਰ ਘਰ ਦੇ ਵਿੱਚ ਮੈਂ ਮਤਲਬ ਸੁਣ ਕੇ ਹੈਰਾਨ ਹੋ ਗਈ ਕਿ ਤਾਨਿਆ ਦੇ ਕੋਲ ਕਿੰਨੇ ਡੌਗਸ ਤਾਨੀ ਤੁਸੀਂ ਪਲੀਜ਼ ਆਪ ਦੱਸੋ ਕਿੰਨੇ ਡੌਗਸ ਹੈ 18 ਓਕੇ ਤੇ ਅਸੀਂ ਇੱਕ ਤੋਂ ਵੀ ਡਰਦੇ ਆ ਹੈ ਨਾ ਚਲੋ ਕਰਦੇ ਹੈ ਔਰ ਇੱਕ ਮੈਨੂੰ ਲੱਗਦਾ ਬੱਚਿਆਂ ਦੀ ਤਰ੍ਹਾਂ ਹੁੰਦੇ ਹੈ ਨਾ ਪੈਟਸ ਵੀ ਐਕਚੁਅਲੀ ਐਂਡ ਹਰ ਇੱਕ ਦੀ ਆਪਣੀ ਸੈਪਰੇਟ ਅਲੱਗ ਡਿਫਰੈਂਟ ਨੇਚਰ ਹੈ ਹਰ ਇੱਕ ਦਾ ਆਪਣਾ ਟੈਂਟਰਮ ਅਲੱਗ ਹੈ ਹਰ ਇੱਕ ਦੀ ਫੂਡ ਚੋਇਸ ਅਲੱਗ ਹੈ ਹਰ ਇੱਕ ਦਾ ਗੱਲ ਕਰਨ ਦਾ ਤਰੀਕਾ ਐਂਡ ਸਮਝਾਉਣ ਦਾ ਤਰੀਕਾ ਅਲੱਗ ਹੈ ਐਂਡ ਹੁਣ ਆਈ ਐਮ ਸੋ ਯੂਜ਼ਡ ਟੂ ਆਫ ਦੈਟ ਕਿ ਮੈਨੂੰ ਉਹਨਾਂ ਦੇ ਬਾਰਕ ਦੇ ਵੇ ਤੋਂ ਪਤਾ ਲੱਗ ਜਾਂਦਾ ਇਹਨੂੰ ਭੁੱਖ ਲੱਗੀ ਹੈ ਇਹਨੂੰ ਪੇਨ ਹੋ ਰਹੀ ਹੈ ਕਿ ਇਹਨੇ ਬਾਹਰ ਜਾਣਾ ਹੈ ਜਾਂ ਡਰਾਮਾ ਕਰ ਰਿਹਾ ਟੂ ਗੈਟ ਦੀ ਅਟੈਂਸ਼ਨ ਸੋ ਇੰਨੀ ਅਟੈਚਮੈਂਟ ਹੋ ਜਾਂਦੀ ਆਫ ਕੋਰਸ ਦੇयर some of them are sleeping with me on bed and I come home actually to spend time with them so ਉਹ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਕੋਨੇ ਚ ਕਿਸੇ ਨੇ ਬਹੂ ਕੀਤੀ ਐਂਡ ਕਿਹੜੇ ਵਾਲੇ ਨੇ ਬਹੂ ਕੀਤੀ so we are so used to of that now ਕਿੱਦਾਂ ਦਾ ਬੌਂਡ ਹੁੰਦਾ ਨਾ ਮਤਲਬ ਇਹ ਵੀ ਬਹੁਤ ਅਲੱਗ ਜੀ ਚੀਜ਼ ਹੁੰਦੀ ਹੈ ਨਾ ਮਤਲਬ ਕੋਈ ਸੋਚ ਵੀ ਨਹੀਂ ਸਕਦਾ ਜਿੰਨੇ ਫੀਲ ਕਰਨਾ ਹੁੰਦਾ ਉਹਨੂੰ ਪਤਾ ਹੁੰਦਾ ਜਦੋਂ ਤੁਸੀਂ ਘਰੋਂ ਬਾਹਰ ਜਾਂਦੇ ਹੋ ਹੈ ਨਾ ਸ਼ੂਟ ਲਈ ਜਾਂਦੇ ਹੋ ਜਾਂ ਕਿਤੇ ਤੁਹਾਨੂੰ ਹੋਰ ਟਰੈਵਲ ਕਰਨਾ ਪੈਂਦਾ ਹੈ ਨਾ ਸੋ ਕਿੰਨਾ ਮਿਸ ਕਰਦੇ ਹੋ ਇਹਨਾਂ ਸਾਰਿਆਂ ਨੂੰ ਬਹੁਤ ਐਂਡ ਸਪੈਸ਼ਲੀ ਮੈਂ ਤੁਹਾਨੂੰ ਦੱਸਣੀ the level of uncomfortably I sleep when I am home with them because ਉਹ ਸੌਂਦੇ ਚੌੜੇ ਹੋ ਕੇ ਅੱਛਾ ਪੂਰਾ ਬੈਡ ਹਮਾਰਾ ਹੈ you are guest on this bed that you come for 2-3 days to home ਤੇ ਹੁਣ ਆਈ ਸਮਟਾਈਮਸ ਕੋਈ ਮੇਰੇ ਇੱਧਰ ਲੈਗਸ ਦੇ ਕੋਲ ਸੁੱਤਾ ਹੈ ਹੁਣ ਆਈ ਕੈਨ ਨਾਟ ਟਰਨ ਬਿਕਾਜ਼ ਉਹਦਾ ਹੈਡ ਹੈ ਇੱਧਰ ਕੋਈ ਲੱਤਾਂ ਇੱਥੇ ਰੱਖ ਕੇ ਸੁੱਤਾ ਐਂਡ ਦੈਨ ਆਈ ਕੈਨ ਨਾਟ ਟਰਨ ਸੋ ਆਈ ਸਲੀਪ ਦ ਵੇ ਆਈ ਗੈਟ ਦੀ ਪਲੇਸ ਟੂ ਸਲੀਪ ਬਸ ਇਤਨੀ ਜਗ੍ਹਾ ਮਿਲੀ ਹੈ ਪੂਰੇ ਬੈਡ पे and I can but I'm still happy and when I go to hotels or I'm in shoot ਪੂਰਾ ਬੈਡ ਖਾਲੀ ਪਿਆ ਹੁੰਦਾ ਹੈ ਫਿਰ ਤੁਹਾਨੂੰ ਹੁੰਦਾ ਕਿ and then I feel like ਕਿ ਅੱਛਾ sometimes you know there's a FOMO ਕਿ ਜਦੋਂ ਰਜਾਈ ਨੂੰ ਵੀ ਪੈਰ ਵੱਜਦਾ ਆਈ ਫੀਲ ਲਾਈਕ ਉਹ ਪੈਰ ਤੇ ਨਹੀਂ ਵੱਜ ਗਿਆ ਸੋ ਇਟਸ ਲਾਈਕ ਅ ਕਿਡ ਜਿਵੇਂ ਬੱਚਿਆਂ ਦੀ ਆਦਤ ਪੈ ਜਾਂਦੀ ਹੈ ਇਟਸ ਦੈਟ ਵੇ ਬਟ ਆਈ ਮਿਸ them a lot when I'm out of house ਓਕੇ ਸੋ ਜਿੱਦਾਂ ਮੈਂ ਗੱਲ ਕਰ ਰਹੀ ਸੀ ਨਾ ਆਪਾਂ ਪੈਟ ਲਵਰ ਕਹਿਣ ਲੱਗ ਪਏ ਮੈਂ ਕਹਿਣ ਲੱਗ ਪਈ ਕਿ ਐਨੀਮਲ ਲਵਰ ਵੈਸੇ ਜੋ ਮੈਂ ਤੁਹਾਡੀ ਹਰੇ ਦੋ ਖੂਬੀਆਂ ਦੱਸੀਆਂ ਜਾਂ ਫਿਰ ਐਕਸਪ੍ਰੈਸ਼ਨ ਦੀ ਗੱਲ ਕੀਤੀ ਹੈ ਜਾਂ ਫਿਰ ਡਾਂਸ ਬਾਰੇ ਦੱਸਿਆ ਇਹਨਾਂ ਨੂੰ ਘੁੰਮਣਾ ਵੀ ਬਹੁਤ ਪਸੰਦ ਹੈ ਨਾ ਕੱਲੇ ਹਾਂ ਕੱਲੇ ਚੱਲ ਜਾਂਦੇ ਵਾਕ ਕਰਦੇ ਕਰਦੇ ਬਹੁਤ ਜ਼ਿਆਦਾ ਘੁੰਮਦੇ ਨੇ ਹਨਾ ਔਰ ਸਭ ਤੋਂ ਜ਼ਿਆਦਾ ਬ੍ਰਿਮਿੰਗਮ ਘੁੰਮੇ ਹੋ ਤੁਸੀਂ ਹੈ ਨਾ ਕੱਲੇ ਦੇਖ ਲਓ ਮੈਂ ਇੰਨਾ ਪੜ੍ਹ ਕੇ ਆਈ ਹਾਂ ਤੁਹਾਡੇ ਬਾਰੇ ਹੈ ਨਾ ਔਰ ਅੱਛਾ ਠੰਡ ਬਾਰੇ ਪੁੱਛਿਆ ਕਿ ਤੁਸੀਂ ਕੈਨੇਡਾ ਵੀ ਜ਼ਿਆਦਾ ਉੱਥੇ ਵੀ ਹੁੰਦੇ ਹੋ ਹੈ ਨਾ ਉੱਥੋਂ ਦੀ ਠੰਡ ਜ਼ਿਆਦਾ ਖਤਰਨਾਕ ਹੈ ਕਿ ਪੰਜਾਬ ਵਾਲੀ ਠੰਡ ਜ਼ਿਆਦਾ ਖਤਰਨਾਕ ਇੱਥੋਂ ਵਾਲੇ ਅੱਛਾ ਕਿਉਂਕਿ ਇੱਥੇ ਇਟਸ ਨਾਟ ਸੈਂਟਰਲੀ ਹੀਟਡ ਵੈਨ ਵੀ ਆਰ ਇਨ ਹੋਟਲਸ ਦੈਟਸ ਓਕੇ ਬਟ ਹੋਮ ਦੇ ਇਨਫਰਾਸਟ੍ਰਕਚਰ ਸੈਂਟਰਲੀ ਹੀਟਡ ਨਹੀਂ ਹੈ ਸੋ ਵੀ ਹੈਵ ਟੂ ਵੇਅਰ ਸੋ ਮੈਨੀ ਸਵੈਟਰਸ ਉੱਥੇ ਇੰਨਾ ਵੀ ਘਰ ਦੇ ਅੰਦਰ ਯੂ ਆਰ ਇਨ ਹਾਫ ਸਲੀਵਸ ਔਰ ਇਨ ਅ ਨੋਰਮਲ ਹੁਡੀ ਤੇ ਇਟ ਵਰਕਸ ਬਾਹਰ ਉੱਥੇ ਨਹੀਂ ਨਿਕਲਿਆ ਜਾ ਸਕਦਾ ਬਟ ਇੱਥੇ ਇਹ ਵੀ ਤੁਸੀਂ ਕੰਮ ਨਹੀਂ ਰੁਕਦਾ ਤੁਹਾਡਾ ਉੱਥੇ ਕੰਮ ਰੁਕ ਜਾਂਦਾ ਸੋ ਇਟਸ ਅ ਜੀਓਗ੍ਰਾਫਿਕਲ ਡਿਫਰੈਂਸ ਬਿਟਵੀਨ ਟੂ ਕੰਟਰੀਜ਼ ਬਟ ਐਨੀਵੇਜ਼ ਹਿਊਮਨ ਇਜ਼ ਇਨਸਟੋਪੇਬਲ ਸੋ ਠੰਡ ਗਰਮੀ ਕਿੱਥੇ ਇਫੈਕਟ ਕਰਦੀ ਹੈ ਜਿਨ੍ਹਾਂ ਨੇ ਜਿਹੜਾ ਕੰਮ ਕਰਨਾ ਉਹਨੇ ਕਰ ਹੀ ਲੈਣਾ ਓਕੇ ਸੋ ਥੋੜਾ ਜਿਹਾ ਕਰੀਅਰ ਦੇ ਬਾਰੇ ਗੱਲ ਕਰੂੰਗੀ ਹੈ ਨਾ ਤੁਹਾਡੀ ਜਰਨੀ ਬਿਲਕੁਲ ਡਿਫਰੈਂਟ ਰਹੀ ਹੈ ਨਾ ਹੋਰ ਆਰਟਿਸਟ ਤੋਂ ਜਦੋਂ ਤਾਨਿਆ ਨੇ ਸਟਾਰਟ ਕੀਤਾ ਸੀਗਾ ਆਪਣਾ ਇੱਕ ਕਰੀਅਰ
3 ਜਾਂ 4 ਮੈਨੂੰ ਲੱਗਦਾ ਆਈ ਥਿੰਕ ਮੂਵੀਜ਼ ਤੋਂ ਬਾਅਦ ਤੁਹਾਨੂੰ ਫਰਸਟ ਲੀਡ ਫਿਲਮ ਜਿਹੜੀ ਹੈ ਉਹ ਮਿਲੀ ਸੀਗੀ। ਜਦੋਂ ਤੁਸੀਂ ਉਹ 3-4 ਫਿਲਮਾਂ ਸੈਕੰਡ ਲੀਡ ਦੇ ਵਿੱਚ ਕੀਤੀਆਂ, ਉਦੋਂ ਤਾਨੇ ਦੇ ਦਿਮਾਗ ਵਿੱਚ ਇਹ ਕਦੀ ਆਉਂਦਾ ਸੀ ਯਾਰ ਮੈਂ ਇਹ ਨਾ ਕਿਤੇ ਕਰਦੀ ਰਹਿ ਜਾਵਾਂ ਯਾਰ, ਕਿ ਮਤਲਬ ਮੈਂ ਸੈਕੰਡ ਲੀਡ ਵਿੱਚ ਹੀ ਨਾ ਆਉਂਦੀ ਰਵਾਂ, ਕਿ ਮੈਂ ਮੇਨ ਲੀਡ ਵਿੱਚ ਵੀ ਆਉਣਾ, ਇਹ ਚੀਜ਼ਾਂ ਦਿਮਾਗ ਦੇ ਵਿੱਚ ਰਹਿੰਦੀਆਂ ਸੀ? ਹੁਣ ਤੁਹਾਨੂੰ ਪੂਰਾ ਸੀਗਾ ਆਪਣੇ ਆਪ ਤੇ ਟਰਸਟ ਕਿ ਨਹੀਂ ਮੈਂ ਫਿਲਮ ਕਰਨੀ ਹੈ ਜਦੋਂ ਤੇ ਉਹ ਸੁਪਰ ਡੁਪਰ ਹਿੱਟ ਜਾਊਗੀ? ਨਹੀਂ, ਨਾ ਮੈਨੂੰ ਡਾਊਟ ਸੀ ਕਿ ਮੈਂ ਇੱਥੇ ਹੀ ਰਹਿ ਜਾਊਂਗੀ, ਨਾ ਮੈਨੂੰ ਕੌਨਫੀਡੈਂਸ ਸੀ ਕਿ ਮੈਂ ਸੁਪਰ ਡੁਪਰ ਹਿੱਟ ਹੋ ਜਾਊਂਗੀ। ਮੈਨੂੰ ਇਹ ਪਤਾ ਸੀ ਦੈਟ ਐਕਟਿੰਗ ਗਿਵਸ ਮੀ ਸੈਟਿਸਫੈਕਸ਼ਨ, ਇਹਨੂੰ ਮੈਂ ਮਰਦੇ ਦਮ ਤੱਕ ਕਰਨੀ ਹੈ। ਇੱਥੇ ਨਹੀਂ ਕਰੂੰਗੀ ਤੇ ਥੀਏਟਰਸ ਕਰੂੰਗੀ, ਥੀਏਟਰਸ ਨਹੀਂ ਕਰੂੰਗੀ ਤੇ ਸੀਰੀਅਲ ਕਰੂੰਗੀ, ਨਹੀਂ ਸੌਂਗ ਕਰੂੰਗੀ, ਬਟ ਵੇਅਰ ਐਵਰ ਆਈ ਗੈਟ ਟੂ ਪਰਫੋਰਮ। ਉਹ ਜਿਹੜੀਆਂ ਮੈਂ ਸੈਕਿੰਡ ਲੀਡ ਜਾਂ ਤੁਸੀਂ ਸਪੋਰਟਿੰਗ ਕਹਿ ਲਓ, ਮੇਰਾ ਜੈਨੂਅਨਲੀ ਗ੍ਰਾਫ ਬਹੁਤ ਡਿਫਰੈਂਟ ਰਿਹਾ। ਹੁਣ ਅੱਜ ਮੈਂ ਸੋਚਦੀ ਹਾਂ, ਉਦੋਂ ਨਹੀਂ ਮੈਨੂੰ ਕਦੇ ਲੱਗਾ ਕਿ ਮੈਂ ਇੱਕ ਸਪੋਰਟਿੰਗ ਰੋਲ 'ਚ ਐਜ਼ ਅ ਸਿਸਟਰ ਦੇ ਰੋਲ ਤੋਂ ਸਟਾਰਟ ਕੀਤਾ ਸੀ। ਦੈਨ ਕੇਮ ਸੈਕਿੰਡ ਲੀਡ ਦੀਆਂ ਕੁਝ ਫਿਲਮਾਂ, ਦੈਨ ਕੇਮ ਅ ਲੀਡ ਫਿਲਮ। ਐਂਡ ਅੱਜ ਆਈ ਐਮ ਸੋ ਥੈਂਕਫੁਲ ਫॉर द ਐਕਸਪੀਰੀਅੰਸ ਦੈਟ ਆਈ ਹੈਵ ਗੇਨਡ, ਕਿ ਮੈਨੂੰ ਲੱਗਦਾ ਮੈਂ ਸੈੱਟ 'ਤੇ ਬੈਠੇ ਹਰ ਬੰਦੇ ਦਾ ਇਸ਼ੂ ਐਂਡ ਪ੍ਰੋਬਲਮ ਸਮਝ ਸਕਦੀ ਹਾਂ। ਜੇ ਮੈਂ ਉਹ ਸਟੈਪਸ ਤੋਂ ਨਹੀਂ ਆਈ ਹੁੰਦੀ, ਮੈਂ ਸ਼ਾਇਦ ਕਿਸੇ ਹੋਰ ਕੁੜੀ ਨਾਲ ਕਿਵੇਂ ਬਿਹੇਵ ਕਰਨਾ ਹੈ ਜਾਂ ਕਿਸੇ ਦੀ ਕੀ ਪ੍ਰੋਬਲਮ ਹੋ ਸਕਦੀ ਹੈ, ਉਹ ਮੈਂ ਨਹੀਂ ਸਮਝ ਸਕਦੀ ਸੀ। ਸੋ ਆਈ ਐਮ ਸੋ ਗ੍ਰੇਟਫੁਲ ਟੂ ਹੈਵ ਗॉट ਦਿਸ ਪਾਥ, ਹੌਲੀ ਹੌਲੀ ਤੁਰ ਕੇ ਉੱਪਰ ਆਉਣ ਵਾਲਾ, ਬਿਕਾਜ਼ ਨਾਓ ਐਜ਼ ਅ ਹਿਊਮਨ ਆਈ ਕੈਨ ਅੰਡਰਸਟੈਂਡ ਐਂਡ ਵਿਟਨੈਸ ਵਟ ਪ੍ਰੋਬਲਮ ਵਨ ਕੁਡ ਬੀ ਗੋਇੰਗ ਥਰੂ। ਠੀਕ ਹੈ। ਦੂਜੀ ਗੱਲ, ਆਈ ਵਾਜ਼ ਨੋਟ ਨੈਗੇਟਿਵ ਕਿ ਇੱਥੇ ਹੀ ਰਹਿ ਜਾਊਂਗੀ, ਇਹ ਉਹ, ਇਹ ਤਾਂ ਮੈਂ ਕਦੀ ਸੋਚਿਆ ਹੀ ਨਹੀਂ। ਐਂਡ ਆਈ ਥਿੰਕ ਵੋਟ ਯੂ ਥਿੰਕ ਇਜ਼ ਵੋਟ ਵੀ ਬਿਕਮ। ਮੈਨੂੰ ਹਮੇਸ਼ਾ ਪਤਾ ਸੀ ਆਈ ਆਲਵੇਜ਼ ਲੈਵਲ ਅਪ, ਈਦਰ ਵੇ ਆਈ ਲੈਵਲ ਅਪ ਲੈਵਲ ਅਪ ਲੈਵਲ ਅਪ। ਇਹ ਨਹੀਂ ਸੀ ਕਿ ਬਿਲਕੁਲ ਹੀ ਪੀਕ 'ਤੇ ਹੀ ਕਰੂੰਗੀ, ਬਟ ਆਈ ਐਮ ਈਵਨ ਟੂਡੇ ਆਈ ਐਮ ਸ਼ੋਰ ਦੈਟ ਜਿੱਥੇ ਮੈਂ ਹੈਗੀ ਹਾਂ ਆਈ ਕੀਪ ਔਨ ਲੈਵਲਿੰਗ ਅਪ, ਛੋਟਾ ਛੋਟਾ ਕਰਕੇ ਸਟੈਪ ਲੈਂਦੀ ਰਹੂੰਗੀ, ਬਟ ਯੈਸ better than yesterday, that is what success is. It's not about, there is no mark to be on the top, or that's a myth that being on the top, in even ਜੇ ਮੈਂ ਹੂੰ ਵੀ, the thing is you should be happy and you should be a level or step ahead than where I was yesterday, and ਮੈਂ ਹਰ ਪਿਛਲੇ ਦਿਨ ਨਾਲੋਂ ਇੱਕ ਸਟੈਪ ਅੱਗੇ ਹਾਂ, and I am achieving that. ਔਰ ਇਹ ਸਾਰੀ ਚੀਜ਼ਾਂ ਦਾ ਮੈਨੂੰ ਲੱਗਦਾ ਆਡੀਅנס ਵੀ ਗਵਾਹ ਹੈਗੀ ਹੈ ਨਾ ਇਸ ਚੀਜ਼ ਦੀ, ਔਰ ਜਿਹੜੇ ਇੰਡਸਟਰੀ ਵਿੱਚ ਤੁਹਾਡੇ ਨਾਲ ਕੰਮ ਕਰ ਰਹੇ ਨੇ ਉਹ ਵੀ ਇਸ ਚੀਜ਼ ਦੇ ਗਵਾਹ ਹੈਗੇ। ਔਰ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਕਿ ਤਾਨਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਹਮੇਸ਼ਾ ਉੱਪਰ ਦੀਆਂ ਚੀਜ਼ਾਂ ਜਿਹੜੀਆਂ ਕਰਦੇ ਦੇਖੀਏ ਹੈ ਨਾ ਕੁਛ ਨਵਾਂ ਕਰਦੇ ਰਹੋ, ਕੁਛ ਨਾ ਕੁਛ ਐਕਸਪੈਰੀਮੈਂਟ ਕਰਦੇ ਰਹੋ। ਔਰ ਮੇਰੇ ਤੋਂ ਇਹ ਸਭ ਨੂੰ ਬਹੁਤ ਉਮੀਦ ਹੁੰਦੀ ਵੀ ਕੁਛ ਐਕਸਪੈਰੀਮੈਂਟ ਕਰੇਗੀ ਇਹ ਲੜਕੀ, ਕਿਉਂਕਿ ਯਾਰ ਮਤਲਬ ਚਲੋ ਠੀਕ ਹੈ, ਹਰ ਇੱਕ ਆਰਟਿਸਟ ਨੂੰ ਹੁੰਦਾ ਹੈ ਕਿ ਮੈਂ ਹਮੇਸ਼ਾ ਕੁਛ ਨਵਾਂ ਲੈ ਕੇ ਆਉਣਾ ਹੈ ਨਾ, ਹਰ ਇੱਕ ਚੀਜ਼ ਜਿਹੜੀ ਹੈ ਉਹਨੂੰ ਅਗਰ ਮੈਂ ਪਿਛਲੀ ਵਾਰ ਇਹ ਚੀਜ਼ ਕੀਤੀ, ਅਗਲੀ ਵਾਰ ਕੁਛ ਹੋਰ ਡਿਫਰੈਂਟ ਜਿਹੜੀ ਇਹ ਚੀਜ਼ ਉਹ ਮੈਂ ਟਰਾਈ ਕਰਨੀ ਹੈ। ਅਤੇ ਜਦੋਂ ਇਹਨਾਂ ਦਾ ਮੈਂ ਕਰੈਕਟਰ ਕਿਸਮਤ 2 ਦੇ ਵਿੱਚ ਦੇਖਿਆ, ਸ਼ਾਰਟ ਹੇਅਰ ਵਿੱਚ ਦੇਖਿਆ, ਮੈਂ ਕਿਹਾ ਯਾਰ ਤਾਨਿਆ ਮਤਲਬ ਉਹ ਕਟਵਾਏ ਹੋਏ ਸੀ ਨਾ ਤੁਸੀਂ, ਐਨੋ ਵਿਗ ਯੂਜ਼ ਕੀਤੀ ਹੈ। ਮਤਲਬ ਵੈਸੇ ਤਾਨਿਆ ਨੂੰ ਲੌਂਗ ਹੇਅਰ ਪਸੰਦ ਹੈ ਕਿ ਜਾਂ ਸ਼ਾਰਟ? ਉਹਦੇ ਵਿੱਚ ਤਾਂ ਦੇਖ ਹੀ ਲਿਆ ਹੋਏਗਾ ਇਹ 'ਚ ਕਿੱਦਾਂ ਦੀ ਲੱਗ ਰਹੀ ਆ। ਇਟਸ ਨਾਟ ਅਬਾਊਟ ਲੁੱਕ, ਇਟਸ ਅਬਾਊਟ the level of management, ਜਿੰਨਾ ਟਾਈਮ ਤੁਸੀਂ ਆਪਣੇ ਵਾਲਾਂ ਨੂੰ ਮੈਨੇਜ ਕਰਨ 'ਤੇ ਸਪੈਂਡ ਕਰ ਸਕਦੇ ਹੋ, those were like in very short terms of time always, ਉਹਨੂੰ ਤਾਂ ਕਟਾ ਲੈਣੇ ਚਾਹੀਦੇ। it's better to have less length but healthy hair rather than ਲੰਬੇ ਵਾਲ and unmanaged and frizzy. so ਮੇਰੇ ਬਹੁਤ ਲੰਬੇ ਸੀ, ਇੰਨੇ ਲੰਬੇ ਵਾਲ ਸੀ ਮੇਰੇ, and I was doing medical, so my mama was like ਵਾਲ ਕਟਾ, ਸਿਰ ਪਹਿਲੇ ਤੇਲ ਲਾਉਣ 'ਤੇ ਟਾਈਮ ਲਾਉਂਦੀ ਹੈ, ਫਿਰ ਧੋਣ 'ਤੇ ਟਾਈਮ ਲਾਉਂਦੀ ਹੈ, ਫਿਰ ਉਹਨੂੰ ਡਰਾਈ ਕਰਨ 'ਤੇ ਟਾਈਮ ਲਾਉਂਦੀ ਹੈ, we don't have time to waste, ਪੜ੍ਹਾਈ 'ਤੇ ਧਿਆਨ ਦੇ, ਵਾਲਾਂ ਨੇ ਕੁਛ ਨਹੀਂ ਦੇਣਾ, ਪੜ੍ਹਾਈ 'ਤੇ ਧਿਆਨ ਦੇ। ਮੰਮੀ ਨੇ ਮੇਰੇ ਵਾਲ ਕਟਾਤੇ, ਐਂਡ ਮੈਨੂੰ ਲੱਗਦਾ ਦੁਨੀਆ ਦੀ ਪਹਿਲੀ ਮੰਮੀ ਹੋਏਗੀ ਜਿਹਨੇ ਕਹਿ ਕੇ ਵਾਲ ਕਟਾਤੇ। I was having this long hair, ਐਡੀ ਲੰਬੀ ਮੇਰੀ ਗੁੱਤ ਜਾਂਦੀ ਹੁੰਦੀ ਸਕੂਲ 'ਤੇ, ਐਂ ਕਲਾਸੀਕਲ ਡਾਂਸ ਮੈਂ ਕਰਦੀ ਸੀ, ਗੁੱਤ 'ਤੇ ਘੁੰਮ ਕੇ 2 ਵਾਰੀ ਵੱਜਦੀ ਸੀ। ਮੰਮੀ ਨੇ ਵਾਲ ਕਟਾਤੇ, then I've got like literally short hair, and ਫਿਰ at least to manageable ਸੀ, that used to take me half hour to wash my that long hair, ਪਰ ਫਿਰ ਟਾਈਮ ਬਚਣਾ ਸ਼ੁਰੂ ਹੋ ਗਿਆ, 15 ਮਿੰਟ 'ਚ ਧੋ ਕੇ ਡਰਾਈ ਹੋ ਕੇ I was out for study, and then I realized ਜਿੰਨਾ ਕੁ ਜਿਹੜੀ ਚੀਜ਼ ਚਾਹੀਦੀ ਓਨੀ ਕੁ ਰੱਖੋ। ਸੋ ਇਟਸ ਅਬਾਊਟ ਇਹ ਵੀ ਸਹੀ ਆ, ਹੈ ਨਾ। ਅੱਛਾ ਵੈਸੇ ਤੁਸੀਂ ਮੈਡੀਕਲ ਹੈ ਨਾ 12th ਵਿੱਚ ਮੈਡੀਕਲ ਕੀਤਾ ਹੋਇਆ, ਤੁਹਾਡੇ ਪੇਰੈਂਟਸ ਚਾਹੁੰਦੇ ਸੀ ਡਾਕਟਰ ਬਣਨ, ਹੈ ਨਾ, ਬਟ ਜਦੋਂ ਕਿਸਮਤ 2 ਵੇਖੀ ਉਹਨਾਂ ਨੇ ਫਿਰ ਉਹ ਖੁਸ਼ ਹੋ ਗਏ ਕਿ ਅੱਛਾ ਚਲੋ ਅਸੀਂ ਦੇਖਿਆ ਹੈ ਕਿ ਹਾਂ ਐਜ਼ ਅ ਡਾਕਟਰ ਕਿੱਦਾਂ ਦੀ ਲੱਗਣਾ ਸੀਗਾ ਤਾਨਿਆ ਨੇ। ਮਾਈ ਮੰਮੀ ਵਾਂਟਡ ਮੀ ਬਿਕਾਜ਼ ਮੈਨੂੰ ਬੱਚੇ ਬਹੁਤ ਹੀ ਪਸੰਦ ਹੈ, ਤੇ ਮੰਮੀ ਨੇ ਕਲੀਅਰ ਸੀ ਕਿ MBBS ਕਰਨੀ, ਚਾਈਲਡ ਸਪੈਸ਼ਲਿਸਟ ਬਣਾ ਦੇਣਾ, ਬੱਚਿਆਂ ਦੇ ਤੇਰੇ ਕੋ ਮੇਲੇ ਲੱਗੇ ਰਹਿਣੇ, ਪਿਆਰੀ ਜੀ ਡਾਕਟਰ ਵੇਖ ਕੇ ਸਾਰੀਆਂ ਮਾਵਾਂ ਬੱਚੇ ਲੈਣਗੇ। ਸ਼ੀ ਵਾਸ ਦੈਟ ਪਲੈਨਡ ਲੇਡੀ ਆਲਵੇਜ਼, ਕਿ ਜਦੋਂ ਡਾਕਟਰ ਪਿਆਰੀ ਹੋਵੇ, ਮਿੱਠਾ ਬੋਲਦੀ ਹੋਵੇ, ਸੋਹਣੀ ਸਜਦੀ ਹੋਵੇ, ਸਾਰੇ ਪੇਰੈਂਟਸ ਆਪਣੇ ਬੱਚਾ ਲੈ ਕੇ ਆਉਂਦੇ, ਇੰਟੈਲੀਜੈਂਟ ਤੋਂ ਹੈ, ਟ੍ਰੀਟਮੈਂਟ ਵਧੀਆ ਕਰੇਂਗੇ, ਆਪਣਾ ਕਲੀਨਿਕ ਵਧੀਆ। ਸ਼ੀ ਵਾਸ ਦੈਟ ਕਲੀਅਰ, ਬਟ ਮੈਨੂੰ ਬਣਨਾ ਹੀ ਨਹੀਂ ਸੀ। ਹਾਂ ਬੱਚੇ ਪਸੰਦ ਆ, ਓਕੇ,
ਉਵੇਂ ਮੈਨੂੰ ਐਨੀਮਲਸ ਵੀ ਪਸੰਦ ਆ, ਮੈਂ ਵੈਟਨਰੀ ਦਾ ਵੀ ਪੇਪਰ ਕਲੀਅਰ ਕੀਤਾ ਸੀ, ਓਕੇ। ਬਟ ਦੈਨ ਲੇਟਰ ਔਨ ਮੈਂ ਕਲੀਅਰ ਸਾਰੇ ਕਰ ਲਏ ਸੀ, ਬਟ ਆਪਣੇ ਆਪ 'ਚ ਬਿਲਕੁਲ ਕਲੀਅਰ ਸੀ ਕਿ ਮੈਂ ਕਰਨਾ ਕੀ ਆ, ਹੈ ਨਾ? ਸੋ ਇਹ ਬਹੁਤ ਅੱਛੀ ਚੀਜ਼ ਆ ਅਗਰ ਤੁਸੀਂ ਆਪਣੇ ਗੋਲਸ ਨੂੰ ਲੈ ਕੇ ਵੀ ਬਿਲਕੁਲ ਕਲੀਅਰ ਰਹੋ, ਹੈ ਨਾ? ਸੋ ਅੱਗੇ ਫਿਰ ਜਦੋਂ ਤੁਸੀਂ ਬਾਕੀ ਇਸ ਇੰਡਸਟਰੀ ਵਿੱਚ ਆਏ, ਉਹ ਤਾਂ ਫਿਰ ਮੈਂ ਜਿੱਦਾਂ ਕਿਹਾ ਕਿ ਹਰ ਕਿਸੇ ਨੇ ਉਹ ਤੁਹਾਡਾ ਕਰੀਅਰ ਜਿਹੜਾ ਹੁਣ ਤੱਕ ਦਾ ਦੇਖਿਆ, ਤੁਹਾਡਾ ਗ੍ਰਾਫ ਦੇਖਿਆ ਈਵਨ ਕਿ ਕੀ ਤੁਹਾਡਾ ਗ੍ਰਾਫ ਰਿਹਾ ਔਰ ਕਿਸ ਤਰ੍ਹਾਂ ਹਮੇਸ਼ਾ ਤੁਸੀਂ ਆਪਣਾ 100% ਦਿੰਦੇ ਰਹੇ ਹੋ, ਈਵਨ 200% ਦਿੰਦੇ ਰਹੇ ਹੋ ਔਰ ਬਹੁਤ ਅੱਛਾ ਹੁਣ ਚੱਲ ਰਿਹਾ। ਔਰ ਤਾਨੀਆ, ਮੈਨੂੰ ਲੱਗਦਾ ਕਿ ਕੋਈ ਹੀ ਇੱਦਾਂ ਦਾ ਡਾਇਰੈਕਟਰ ਹੋਊਗਾ ਜਾਂ ਕੋਈ ਇੱਦਾਂ ਦੀ ਟੀਮ ਹੋਊਗੀ ਜਿਹੜੀ ਇਹ ਸੋਚੇ ਕਿ ਅੱਛਾ ਇਸ ਫਿਲਮ ਦੇ ਵਿੱਚ ਹਜੇ ਠੀਕ ਹੈ ਤਾਨੀਆ ਨੂੰ ਅਸੀਂ ਅਗਲੀ ਵਾਰ ਲਵਾਂਗੇ, ਬਟ ਹਰ ਕੋਈ ਇਹ ਚਾਹੁੰਦਾ ਕਿ ਤਾਨੀਆ ਸਾਡੀ ਫਿਲਮ ਦਾ ਪਾਰਟ ਹੋਵੇ। ਸੋ ਮੈਨੂੰ ਲੱਗਦਾ ਇੱਕ ਵੱਡੀ ਚੀਜ਼ ਹੁੰਦੀ ਹੈ ਨਾ, ਜਿਨ੍ਹਾਂ ਨੇ ਇੰਨੇ ਵੱਡੇ ਵੱਡੇ ਸੁਪਨੇ ਦੇਖੇ ਹੁੰਦੇ ਆ ਉਹ ਪੂਰੇ ਵੀ ਕਰਦੇ ਆ। it's a blessing I think, and the struggle is real and it's still going on. ਐਵੇਂ ਨਹੀਂ ਹੈ ਕਿ ਹਜੇ ਮੈਨੂੰ ਕਦੀ ਮਿਲਿਆ ਵੀ ਨਹੀਂ, ਬਟ ਹਜੇ ਮਿਲ ਵੀ ਨਹੀਂ ਰਿਹਾ, ਮੈਨੂੰ ਥਾਲੀ 'ਚ ਪਰੋਸਿਆ ਕੁਝ ਨਹੀਂ ਮਿਲ ਰਿਹਾ। ਐਂਡ ਬਟ I am a sort of person, I never feel shy to talk to somebody. ਮੈਂ ਥੋੜੀ ਨਹੀਂ 100% ਦਿਲ ਤੋਂ ਡਿਸੀਜਨ ਲੈਣ ਵਾਲੀ ਕੁੜੀ ਹਾਂ। ਇਫ ਆਈ ਫੀਲ ਲਾਈਕ ਆਈ ਨੀਡ ਟੂ ਟਾਕ ਟੂ ਸਮਵਨ, ਆਈ ਡੂ ਟਾਕ ਟੂ ਸਮਵਨ। ਐਂਡ ਕਈ ਵਾਰੀ ਹੁੰਦਾ दैट आई फील लाइक कि ये करेंगे और वो प्रोजेक्ट पहले ही किधर और चला जाता है, अच्छा। एंड देन आई टेक इट कि अरे ये तो मुझे अच्छा लगा था, बट देन आई काम डाउन कि जितने इतने साल वेट करके मैं आई हाँ, मे बी दैट वॉज नॉट मेंट फॉर मी। बट हाँ हजे भी ठीक है, यू आर राइट दैट एवरीबडी अप्रोचेस थिंग्स आर गोइंग गुड, but struggle is always there. It's like doctor is always on practice, actor is always on struggle. So ਉਹਨੂੰ ਤੁਸੀਂ ਕਦੀ ਨਹੀਂ ਕਹਿ ਸਕਦੇ that you are at a prominent peak. ਮੈਨੂੰ ਲੱਗਦਾ ਵੈਲਿਊ ਵੀ ਉਸ ਚੀਜ਼ ਦੀ ਤਾਂ ਹੀ ਪਤਾ ਚੱਲਦੀ। ਹਾਂ and that's I think ਵਧੀਆ ਨਹੀਂ that there is no boring job ਕਿ ਸਾਰੀ ਜ਼ਿੰਦਗੀ ਇੱਕੋ ਥਾਂ, you never know what tomorrow is gonna happen with you, ਕਿ ਕਿਆ ਹੋ ਰਿਹਾ। ਉਸ ਐਕਸਾਈਟਮੈਂਟ 'ਚ ਸਵੇਰੇ ਉੱਠਣ ਦਾ ਮਜ਼ਾ ਹੋ ਰਿਹਾ ਵੀ ਅੱਜ ਕੀ ਹੋਏਗਾ, ਅੱਜ ਕਿਆ ਪਤਾ ਨਵੀਂ ਫਿਲਮ ਸਾਈਨ ਹੋ ਜਾਏ, ਅੱਜ ਕਿਆ ਪਤਾ ਜਿਹੜੀ ਸਾਈਨ ਕੀਤੀ ਉਹ ਖੋਈ ਜਾਏ। ਸੋ ਦੈਟਸ ਅੱਛਾ ਇਦਾਂ ਵੀ ਹੋ ਜਾਂਦਾ ਹੈ। ਅਰੇ ਬਹੁਤ ਕੁਝ ਹੁੰਦਾ, ਬਟ ਉਹ ਸਪਾਰਕ ਦੇਖੋ ਨਾ ਕਿੰਨਾ ਹੈ। ਸੋ ਤੁਸੀਂ ਬਹੁਤ ਸਾਰੇ ਇੰਟਰਵਿਊਜ਼ ਕੀਤੇ ਆ ਹੁਣ ਤੱਕ, ਹੈ ਨਾ? ਬਹੁਤ ਸਾਰੀ ਫਿਲਮਸ ਵੀ ਹੁਣ ਤੱਕ ਕਰ ਲਈ, ਅੱਗੇ ਹੋਰ ਵੀ ਬਹੁਤ ਕੁਝ ਕਰਨਾ ਹੈ। ਸਭ ਤੋਂ ਵਧੀਆ ਡਿਫਰੈਂਟ ਪਲੇਸਿਸ ਤੇ ਵੀ ਗਏ ਹੋ, ਹੈ ਨਾ? ਹਰ ਜਗ੍ਹਾ ਦਾ ਆਪਣਾ ਆਪਣਾ ਇੱਕ ਵੱਖਰੀ ਚੀਜ਼ ਹੁੰਦੀ ਹੈ, ਇੱਕ ਅੱਛੀ ਸਪੈਸ਼ਲਿਟੀ ਹੁੰਦੀ ਹੈ। ਕੋਈ ਇੱਦਾਂ ਦੀ ਜਗ੍ਹਾ ਹੁਣ ਤੱਕ ਜਿੱਥੇ ਤੁਹਾਡਾ ਦਿਲ ਰਹਿ ਗਿਆ ਹੋਵੇ ਕਿ ਆ ਮੇਰਾ ਦਿਲ ਇੱਥੇ ਰਹਿ ਗਿਆ, ਉਸ ਜਗ੍ਹਾ ਤੇ ਰਹਿ ਗਿਆ ਜਾਂ ਕਿਸੇ ਚੀਜ਼ ਵਿੱਚ ਰਹਿ ਗਿਆ? ਇੱਕ ਨਾ ਜਗ੍ਹਾ ਹੈ ਵੇਲਜ਼, ਮੈਂ ਉੱਥੇ ਗਈ ਸੀ, ਦੈਟਸ UK। ਉਹ ਜਗ੍ਹਾ ਇੰਨੀ ਪੀਸਫੁਲ ਹੈ ਨਾ, ਆਈ ਹੈਵ ਬੀਨ ਦੇयर। ਐਂਡ ਮੈਂ ਘਰ ਆ ਕੇ ਪਹਿਲੀ ਚੀਜ਼ ਘਰਦਿਆਂ ਨੂੰ ਕਹੀ ਸੀ ਵੀ ਮੰਮੀ ਜਦੋਂ ਅਸੀਂ ਆਪਣੀ ਛੋਟੀ ਸਿਸਟਰ ਦਾ ਵਿਆਹ ਕਰਾਂਗੇ ਨਾ, ਆਪਾਂ ਡੈਸਟੀਨੇਸ਼ਨ ਮੈਰਿਜ ਕਰਾਂਗੇ ਨਾ, ਅਸੀਂ ਵੇਲਸ 'ਚ ਜਾ ਕੇ ਕਰਾਂਗੇ। ਅੱਛਾ। ਆਈ ਆਲਵੇਜ਼ ਵਾਂਟ ਟੂ ਗੋ ਬੈਕ ਦੇयर। ਦੈਟਸ ਕੁਛ ਮੂਮੈਂਟ ਹੁੰਦੇ ਨਾ, ਦੇ ਆਰ ਵੈਰੀ ਸਪੈਸ਼ਲ ਟੂ ਯੂ ਇਨ ਲਾਈਫ, ਐਂਡ ਦੋਜ਼ moments I mean happens to you at that specific place, ਤੇ ਉਹ unforgettable place ਹੋ ਜਾਂਦੀ ਉਹ। So that place is so unforgettable for me, ਪਤਾ ਨਹੀਂ ਕਿਵੇਂ, ਬਟ ਹਾਂ ਉੱਥੇ ਵੀ ਮੈਂ ਇਕੱਲੀ ਘੁੰਮਦੀ ਸੀ। I know the streets, I know the trees in the jungle area, so ਬਹੁਤ ਸੋਹਣੀ ਜਗ੍ਹਾ ਹੈ। If ever I'll get chance to go back there, I'll just go. ਅੱਛਾ, ਤੁਸੀਂ ਬੋਲਿਆ ਕਿ ਛੋਟੀ ਸਿਸਟਰ ਦੀ ਉੱਥੇ ਮੈਰਿਜ ਕਰਨੀ ਹੈ, ਆਪਣੀ ਕਿਉਂ ਨਹੀਂ ਜਦੋਂ ਵੀ ਕਰਨੀ ਹੈ? ਆਪਣੀ ਦਾ ਹਜੇ ਪਤਾ ਨਹੀਂ ਨਾ ਕਿ ਅੱਛਾ, ਉਹਨਾਂ ਦੀ ਛੋਟੀ ਜਿਹੀ ਕਰ ਦੇਣੀ ਆ। ਯਾਰ ਇਹ ਤਾਂ ਬੜੀ ਯਾਰ ਮਤਲਬ ਹੈ ਨਾ, ਪੂਰਾ ਇਹ ਸਿਸਟਰਸ ਵਾਲਾ ਹੋ ਰਿਹਾ ਕਿ ਨਹੀਂ ਆਪਣਾ ਨਹੀਂ ਉਹਦਾ ਕਰ ਦੇਣੇ। She is the one who always fights for me ਕਿ ਹਜੇ ਇਹਦਾ ਵਿਆਹ ਨਹੀਂ ਕਰਨਾ। ਅੱਛਾ। ਹਾਂ, because I don't want to get married this early, that's my personal choice, and she's like कि she always supports me, and when it comes to her, so I feel like अच्छा वाला तो पढ़ लिया इसने, कर दो शादी इसके अंदर। She's like what, तेरे लिए मैं खड़ी हूँ, तू मेरे लिए है कर रही है। ਇਹ ਚੀਜ਼ ਹੈਗੀ ਹੈ ਨਾ। ਅੱਛਾ, ਤੁਹਾਡੇ ਘਰ ਬੈਠੇ ਹੋਏ ਆ, ਮੈਂ ਜਗ੍ਹਾ ਨਹੀਂ ਦੱਸੂਗੀ ਕਿੱਥੇ ਹੈ ਨਾ? ਸੋ ਬਟ ਇਹ ਪੁੱਛਣਾ ਚਾਹੂੰਗੀ ਘਰ ਦਾ ਮਤਲਬ ਕੀ ਹੈ ਤਾਨਿਆ ਦੇ ਲਈ? ਮੈਨੂੰ ਲੱਗਦਾ ਘਰ ਇੱਕ ਉਹ ਜਗ੍ਹਾ ਹੈ ਜਿੱਥੇ ਤੁਹਾਡੀ ਮਾਂ ਵਸਦੀ ਹੈ। ਕਹਿੰਦੇ जिस घर में माँ नहीं होती उस घर में घर भी नहीं होता। So to me I feel like, not to me also, to my dad also, he also says the same. When mama is not at home, he doesn't come home for lunch also. ਉਹ ਕੋਸ਼ਿਸ਼ ਕਰਦਾ ਯਾਰਾ ਦੋਸਤਾਂ ਨਾਲ ਹੀ ਖਾਣਾ ਖੁਣਾ ਖਾ ਕੇ ਬਹਿ ਜਾਣ, ਵੀ ਉਹ ਜਗ੍ਹਾ ਤੇ ਤੁਹਾਡਾ ਮਨ ਹੀ ਨਹੀਂ ਲੱਗਦਾ। ਸੋ ਘਰ ਉਹ ਜਗ੍ਹਾ ਵੀ ਜਿਹਨੂੰ ਤੁਹਾਡੀ ਮਾਂ ਨੇ ਸਰੋਜ ਕੇ ਸੰਜੋ ਕੇ ਰੱਖਿਆ ਹੁੰਦਾ ਐਕਚੁਅਲੀ। So for me it's that, where my parents are, where I am not valued for how much I earn,
आई एम नॉट वैल्यूड फॉर हाउ आई लुक एंड वॉट आई वेयर। जिथे मेरी इंडिविजुअलिटी की कदर है कि मैं साह लै रही हाँ, दैट इज़ वाई यू आर वैल्यूएबल टू अस, है ना। वो है घर, किसी का भी घर वो है जिथे थोनू जजमेंट तो बिना तुसी रह सकते हो भी। यू डोंट फील लाइक कि मैं क्या लग रही हूँ, मेरे पेरेंट्स क्या सोचेंगे, ਇਹ ਚੀਜ਼ਾਂ ਨਹੀਂ ਹੁੰਦੀਆਂ मैं पजामा पा के जिद्दां मेरा दिल करे, मैं जो मेरा दिल करे मैं पा के घूम ਐਂਡ ਯੂ सकदी ਨੋ ਦੈਟ ਘਰ, ਹਾਂ ਬਸ ਇਹੀ ਘਰ ਹੁੰਦਾ ਵੀ ਜਿੱਥੇ ਇਹ ਫੀਲ ਨਹੀਂ ਆਉਂਦੀ ਤੁਹਾਨੂੰ, ਉਹ ਘਰ ਨਹੀਂ ਹੁੰਦਾ। ਬਿਲਕੁਲ। ਸੋ ਪਿਆਰ ਦਾ ਮਤਲਬ ਜੇ ਪੁੱਛਾਂ, ਪਿਆਰ ਦਾ ਮਤਲਬ ਕੀ ਹੈ ਤਾਨਿਆ ਲਈ? ਪਿਆਰ ਦਾ ਮਤਲਬ ਮੇਰੇ ਲਈ ਹੈ ਵੀ ਦੁਨੀਆ ਦੀ ਹਰ ਇਮੋਸ਼ਨ ਹੈ ਉਹਦੇ 'ਚ ਪਿਆਰ। ਜੇ ਨਹੀਂ ਹੁੰਦਾ ਤੇ ਦੁਨੀਆ ਕਬਰਿਸਤਾਨ ਹੁੰਦੀ। ਬਿਲਕੁਲ। ਕਿਉਂਕਿ ਸਿਰਫ ਐਸੇ ਇਮੋਸ਼ਨ ਨੇ ਜੋੜ ਕੇ ਰੱਖਿਆ ਐਂਡ ਦਿਸ ਇਜ਼ ਓਨਲੀ ਵਨ ਇਮੋਸ਼ਨ ਜਿਹਦੇ 'ਚ ਸਭ ਕੁਝ ਹੈ। ਐਸੇ ਇਮੋਸ਼ਨ ਕਰਕੇ ਤੁਸੀਂ ਕਿਸੇ ਨਾਲ ਲੜਦੇ ਹੋ, ਤੁਹਾਡੇ 'ਚ ਗੁੱਸਾ ਆਉਂਦਾ। ਐਸੇ ਇਮੋਸ਼ਨ ਕਰਕੇ ਤੁਹਾਨੂੰ ਕਿਸੇ ਨਾਲ ਨਫ਼ਰਤ ਹੋ ਜਾਂਦੀ ਵੀ ਤੁਸੀਂ ਇੰਨਾ ਕਿਸੇ ਨੂੰ ਚਾਹਿਆ ਸੀ, ਉਹਨੇ ਤੁਹਾਨੂੰ ਕੁਛ ਅੱਗੋਂ ਐਂ ਕੀਤਾ, ਤੁਹਾਨੂੰ ਨਫ਼ਰਤ ਹੋ ਗਈ। ਐਸੇ ਇਮੋਸ਼ਨ ਕਰਕੇ ਤੁਹਾਡੇ 'ਚ ਮੋਹ ਮਮਤਾ ਹੈ ਆਪਣੇ ਬੱਚਿਆਂ ਨਾਲ, ਯਾਰੀ ਦੋਸਤੀ ਹੈ, ਤੁਸੀਂ ਖਲੋ ਰਹੇ ਹੋ, ਕੁਛ ਕਰ ਰਹੇ ਹੋ ਬਿਕਾਜ਼ ਤੁਹਾਡਾ ਇਹ ਇਮੋਸ਼ਨ ਹੈ ਕਿਸੇ ਨਾਲ। ਦੈਟ ਇਜ਼ ਵਾਈ ਇਫ ਦੇਰ ਇਜ਼ ਨੋ ਲਵ ਦੇਰ ਇਜ਼ ਨਥਿੰਗ ਐਲਸ। ਅੱਛਾ, ਤੁਸੀਂ ਗੁੱਸੇ ਦਾ ਜ਼ਿਕਰ ਕੀਤਾ ਹੈ ਨਾ, ਅਸੀਂ ਵੈਸੇ ਤਾਂ ਬਹੁਤ ਸਵੀਟ ਜੀ ਤਾਨਿਆ ਹਮੇਸ਼ਾ ਦੇਖੀ ਹੈ ਨਾ। ਉਹ ਤਾਂ ਅੱਡ ਗੱਲ ਹੈ ਕਿ ਅਸੀਂ ਜਿਹੜਾ ਕਰੈਕਟਰ ਤੁਸੀਂ ਪਲੇ ਕਰਨਾ ਹੁੰਦਾ ਹੈ ਨਾ, ਉਹਦੇ ਇਮੋਸ਼ਨ ਦੇ ਹਿਸਾਬ ਦੇ ਨਾਲ ਤੁਹਾਨੂੰ ਦੇਖਦੇ ਹਾਂ ਅਸੀਂ ਸਿਨੇਮਾ ਘਰ ਦੇ ਵਿੱਚ ਜਾਂ ਪਰਦੇ ਦੇ ਵਿੱਚ। ਬਟ ਉੱਦਾਂ ਤਾਨਿਆ ਦਾ ਟੈਂਪਰ ਕਿੱਦਾਂ ਦਾ ਹੈ? ਮਤਲਬ ਕਿੰਨਾ ਕੁ ਗੁੱਸਾ ਆਉਂਦਾ ਤੇ ਸ਼ਾਂਤ ਕਿੱਦਾਂ ਹੁੰਦਾ? ਮੈਂ ਆਈ ਐਮ ਟੋਰਸ ਬਾਈ ਬਰਥ ਸਾਈਨ। ਓਕੇ। ਸੋ ਮੈਂ ਟਿਪੀਕਲ ਟੋਰਸ ਹਾਂ। ਮੈਨੂੰ ਨਹੀਂ ਗੁੱਸਾ ਆਉਂਦਾ, ਨਹੀਂ ਆਉਂਦਾ, ਨਾ ਛੇੜੀ ਜਾਓ, ਨਹੀਂ ਓਕੇ ਲੀਵ ਇਟ ਲੀਵ ਇਟ ਲੀਵ ਇਟ। ਬਟ ਜਿਸ ਦਿਨ ਮੈਨੂੰ ਗੁੱਸਾ ਚੜ ਜਾਏ ਨਾ, ਦੈਨ ਮੈਂ ਆਪ ਵੀ ਤੰਗ ਹੋ ਜਾਂਦੀ ਹਾਂ ਕਿ ਆਈ ਐਮ ਡਨ ਵਿਦ ਇਟ, ਲੱਥ ਨਹੀਂ ਰਿਹਾ। ਆਈ ਗੋ ਵਿਦ ਮਤਲਬ ਮਾਈਗ੍ਰੇਨ ਹੋ ਜਾਂਦੀ ਹੈ, ਸਿਰ ਦੁਖਣਾ। ਹਾਂ, ਨਹੀਂ ਆਉਂਦਾ ਮੈਨੂੰ, ਪੂਰੇ ਸਾਲ 'ਚ ਨਹੀਂ ਗੁੱਸਾ ਆਉਂਦਾ। ਆਪਣੇ ਪੇਰੈਂਟਸ ਨਾਲ ਤਾਂ ਬੌਂਡ ਹੁੰਦਾ ਹੀ ਹੈ ਨਾ ਹਮੇਸ਼ਾ। ਉਹ ਤਾਂ ਬੱਚੇ ਦਾ ਬਚਪਨ ਤੋਂ ਹੀ ਜਦੋਂ ਤੋਂ ਪੈਦਾ ਹੁੰਦਾ ਉਸੇ ਵੇਲੇ ਤੋਂ ਉਹਨੂੰ ਬੌਂਡ ਬਣਦਾ। ਸਿਸਟਰ ਬ੍ਰਦਰ ਜੋ ਵੀ ਸਾਡੇ ਹੁੰਦੇ ਨੇ, ਉਹਨਾਂ ਵੀ ਇੱਕ ਬੌਂਡ ਹੁੰਦਾ। ਤੁਸੀਂ ਆਪਣੀ ਸਿਸਟਰ ਨਾਲ ਕਿਸ ਤਰ੍ਹਾਂ ਦਾ ਬੌਂਡ ਸ਼ੇਅਰ ਕਰਦੇ ਹੋ? ਬੌਂਡ ਦਾ ਮਤਲਬ ਕੀ ਹੈ ਤਾਨਿਆ ਲਈ? मेरे लिए कम्युनिकेशन बहुत ज़रूरी है। आई मीन पीपल माइट नॉट वैल्यू दिस बट मेरे लिए उस तो बिना कुछ नहीं है। सी पीपल से लाइक ज़रूरी नहीं होता बात की जाए, महीने में एक बार भी हो गई तो बहुत है। देन वाई आर यू टुगेदर? गल तो अज दे टाइम च यू नेवर, लाइफ इज अज दे टाइम की सिंस ऑलवेज लाइफ इज सो अनप्रडिक्टेबल, यू नेवर नो व्हेन इट्स गोना एंड। एंड तुसी किसी नाल गल ही नहीं कर रहे कि ठीक है वो है वहाँ पे, तो फिर ਤੁਹਾਨੂੰ ਉਹ ਬੰਦੇ ਦੀ ਵੈਲਿਊ ਕੀ ਅਗਰ ਉਹ ਹੈ ਵਹਾਂ पे? ਜੇ ਪਤਾ ਹੀ ਨਹੀਂ ਕਰਨਾ, ਪੁੱਛਣਾ ਹੀ ਨਹੀਂ ਕਿ ਕਿਵੇਂ। ਸੋ ਆਈ ਥਿੰਕ ਹੈਵ 4 ਪੀਪਲ ਅਰਾਊਂਡ ਬਟ ਟੂ them you should know what are they going through, ਉਹਨਾਂ ਦੇ ups and downs ਕੀ ਚੱਲ ਰਹੇ ਨੇ, you can stand by। ਮੇਰੇ ਲਈ ਕਮਿਊਨੀਕੇਸ਼ਨ ਹੈ ਜ਼ਰੂਰੀ and me and my sister are connected so deeply because we communicate and hats off to her that she is the one who calls me always because मैं काम च हाँ, मैं बिजी हो गया। she never takes it on her ego कि मैं ही कॉल करा, why can't you ever call me back? So those things create a bond and bond get eternally so strong that ਤੁਹਾਨੂੰ ਵੀ ਨਹੀਂ ਪਤਾ ਲੱਗਦਾ ਵੀ ਕਿਦੋਂ, ਹੈ ਨਾ, ਇੱਕ ਬੈਕ ਸਪੋਰਟ ਸਿਸਟਮ ਹੋ ਗਿਆ ਹੈ ਇਨਸਾਨ ਤੁਹਾਡਾ। ਸੋ ਮੇਰੇ ਲਾਈਫ 'ਚ ਬਹੁਤ ਘੱਟ ਲੋਕ ਨੇ ਜੋ ਮੇਰੇ ਕਲੋਜ਼ ਨੇ ਐਂਡ ਜਿਹੜੇ ਮੇਰੇ ਕਲੋਜ਼ ਨੇ ਉਹ ਇੰਨੇ ਸਟਰੋਂਗਲੀ ਕਲੋਜ਼ ਨੇ। ਫਿਰ ਇਹ ਨਹੀਂ ਟੈਂਪਰੇਰੀ ਟਾਈਮ ਪਾਸ ਵਾਲਾ ਕੁਛ ਨਹੀਂ, ਕੁਛ ਨਹੀਂ। ਓਕੇ। ਸੋ ਮਤਲਬ ਜਦੋਂ ਕਦੀ ਤਾਨਿਆ ਨੂੰ ਪਿਆਰ ਵੀ ਹੋਏਗਾ, ਹੈ ਨਾ, ਵੈਸੇ ਕਿਸਮਤ ਤੁਹਾਡੀ ਅਸੀਂ ਮੂਵੀਜ਼ ਵਿੱਚ ਦੇਖੀਏ ਪਿਆਰ ਨੂੰ ਲੈ ਕੇ ਸਹੀ ਨਹੀਂ ਹੈ ਨਾ, ਜੇ ਕਦੀ ਇਨ ਫਿਊਚਰ ਹੈ ਨਾ ਕਦੀ ਵੀ ਹੋਏਗਾ ਤੇ ਮਤਲਬ ਉਹ ਪੱਕਾ ਵਾਲਾ ਹੈ ਨਾ, ਤਾਨਿਆ ਲਈ ਪਰਮਾਨੈਂਟ ਹੈ ਉਹ ਚੀਜ਼। ਮੈਂ ਟਾਈਮ ਪਾਸ ਵਾਲਾ ਸਿਸਟਮ ਨਹੀਂ ਹੈ ਉਹ ਮੇਰੇ ਤੋਂ ਹੁੰਦਾ ਹੀ ਨਹੀਂ। ਇਟਸ ਜਸਟ ਲਾਈਕ ਆਈ ਕੈਨ ਨਾਟ ਟਾਕ ਟੂ ਅ ਪਰਸਨ ਆਈ ਐਮ ਨਾਟ ਫਰੈਂਕ ਇਨਫ ਵਿਦ। ਅੱਜ ਤੁਸੀਂ ਬੈਠੇ ਹੋ, ਵੀ ਮੈਟ ਬਿਫੋਰ, ਅਸੀਂ ਇੱਕ ਦੂਜੇ ਨੂੰ ਮਿਲੇ ਹਾਂ ਜਾਂ ਅਸੀਂ ਫੋਨ 'ਤੇ ਗੱਲ ਕੀਤੀ ਹੈ, ਆਈ ਐਮ ਓਪਨਲੀ ਟਾਕਿੰਗ ਟੂ ਯੂ। ਜਿਹੜਾ ਕੋਈ ਨਵਾਂ ਕਦੀ ਵਾਰੀ ਇੰਟਰਵਿਊਅਰ ਵੀ ਆ ਜਾਂਦਾ ਨਾ, ਆਈ ਕੈਨ ਨਾਟ ਸਪੀਕ ਦਿਸ ਮਚ ਬਿਕਾਜ਼ ਉਹ ਇੱਕ ਫਲੋ ਹੋ ਜਾਂਦਾ। ਐਂਡ ਯੈਸ ਆਫ ਕੋਰਸ ਇਫ ਆਈਲ ਬੀ ਇਨ ਲਵ, ਆਈਲ ਬੀ ਇਨ ਲਵ ਐਂਡ ਆਈਲ ਸ਼ੇਅਰ ਵਿਦ ਐਵਰੀਬਡੀ। ਤੁਹਾਡੇ ਸਾਰਿਆਂ ਨਾਲ ਤਾਂ ਮੈਂ ਜ਼ਰੂਰ ਸ਼ੇਅਰ ਕਰੂੰਗੀ ਹੈਪੀਲੀ। ਅਸੀਂ ਉਮੀਦ ਕਰਦੇ ਹਾਂ ਜਦੋਂ ਕੋਈ ਅੱਛਾ ਜਿਹਾ ਇਨਸਾਨ, ਕੋਈ ਪਿਆਰਾ ਜਿਹਾ ਤੁਹਾਡੇ ਵਰਗਾ ਕੋਈ ਪਿਆਰਾ ਜਿਹਾ ਇਨਸਾਨ ਤੁਹਾਡੀ ਲਾਈਫ ਦੇ ਵਿੱਚ ਆਵੇ ਔਰ ਹਰ ਚੀਜ਼ ਜਿਹੜੀ ਹੈ ਉਹ ਪਰਫੈਕਟ ਰਹੇ ਔਰ ਪਰਫੈਕਟ ਹੋਵੇ। ਚਲੋ ਹਾਲਾਂਕਿ ਤੁਸੀਂ ਕਿਹਾ ਕਿ ਕੁਝ ਪਰਫੈਕਟ ਨਹੀਂ ਹੁੰਦਾ ਬਟ ਸਟਿਲ ਵੀ ਵਾਂਟ ਕਿ ਇਹ ਚੀਜ਼ ਹੋਵੇ, ਹੈ ਨਾ। ਅੱਛਾ ਤਾਨਿਆ, ਜਦੋਂ ਇਸ ਇੰਡਸਟਰੀ ਵਿੱਚ ਆਏ ਸੀ, ਤਾਨਿਆ ਕੀ ਸੋਚ ਕੇ ਆਏ ਸੀ? ਮਤਲਬ ਕਰੀਅਰ ਦੇ ਬਾਰੇ ਜੇ ਅਸੀਂ ਦੇਖੀਏ ਕਿ ਬੈਂਕ ਆਫ ਲੀਡਿੰਗ ਲੇਡੀ ਬਣਨਾ ਚਾਹੁੰਦੇ ਸੀ, ਐਕਟਰ ਵਿਦ ਹੈਫ ਬਣਨਾ ਚਾਹੁੰਦੇ, ਮਤਲਬ ਕੀ ਸੀਗਾ? ਜਾਂ ਇਹਨਾਂ ਚੀਜ਼ਾਂ ਦਾ ਕੰਬੀਨੇਸ਼ਨ ਕਰਨਾ ਚਾਹੁੰਦੇ ਸੀ ਕਿ ਹਾਂ ਮੇਰੇ ਕੋਲ ਬੈਲੈਂਸ ਵੀ ਹੋਵੇ ਔਰ ਮੈਂ ਮਤਲਬ ਇੱਕ ਮੇਰੀ ਵੱਖਰੀ ਪਛਾਣ ਵੀ ਹੋਵੇ ਐਕਟਰ ਨੂੰ ਲੈ ਕੇ? ਮੈਨੂੰ ਨਾ ਛੋਟੇ ਹੁੰਦੇ ਤੋਂ ਪੇਰੈਂਟਸ ਨੇ, ਮੇਰੀ ਮਦਰ ਨੇ ਹਮੇਸ਼ਾ ਸਿਖਾਇਆ that a girl should be independent, doesn't matter what।
earn 5,000 a month, 10,000 a month, to 5 lakh, to 50 lakh, to 5 million, but be independent. That's very important for your individuality, for the peace of your heart and mind. So मैं ਇਹ सोच के आई सी भी मैं independent रहना है and performer रहना है ਕਿ ਮੈਂ ਪਰਫਾਰਮੈਂਸ ਤੇ ਮੇਰਾ ਧਿਆਨ ਹੁੰਦਾ ਹੈ ਪਰਫਾਰਮਰ ਬੀਇੰਗ ਪਰਫਾਰਮਰ ਮੇਰੀ ਪਰਫਾਰਮੈਂਸ ਵਧੀਆ ਹੋਏਗੀ ਮਨੀ ਵਿਲ ਫੋਲੋ ਸੋ ਹਾਂ ਦਿਸ ਇਜ਼ ਅ ਟਰੂ ਫੈਕਟ ਦੈਟ ਆਮ very picky with my fees also Okay. because yes I need to pay my bills too and let's be very practical on that thing कि ਕੱਲੀ performance ਨੇ ਵੀ ਘਰ ਨਹੀਂ ਚਲਾਣਾ and if I'm not having good money I cannot be peaceful. If I'm struggling, if you or anybody is struggling paying their bills, how can you be in mental peace? Right. So it's important and ਫਿਰ ਉਹ ਚੀਜ਼ ਮੇਰੇ constantly ਧਿਆਨ 'ਚ ਹੁੰਦੀ ਹੈ ਕਿ ਮੈਨੂੰ ਕਿਸੇ ਤੋਂ ਮੰਗਣੇ ਨਾ ਪੈਣ So we can say ਕਿ little combination ਹੈ ਦੋਨਾਂ ਚੀਜ਼ਾਂ ਦਾ ਇਹ ਸੋਚ ਕੇ ਆਏ ਸੀਗੇ ਸੋ ਇਹ ਹੋਣਾ ਵੀ ਚਾਹੀਦਾ ਅੱਛਾ ਤੁਹਾਨੂੰ ਬਚਪਨ 'ਚ ਆਪਣਾ ਇੰਟਰਵਿਊ ਲੈਣਾ ਬਹੁਤ ਪਸੰਦ ਹੁੰਦਾ ਸੀ ਹੈ ਨਾ ਸੋ ਕਿਹੜਾ ਕੁਐਸਚਨ ਸਭ ਤੋਂ ਜ਼ਿਆਦਾ ਖੁਦ ਨੂੰ ਪੁੱਟ ਕਰਦੇ ਸੀ ਬਚਪਨ ਵਾਲੇ ਇੰਟਰਵਿਊਜ਼ 'ਚ ਤੇ ਹੁਣ ਵਾਲੇ ਇੰਟਰਵਿਊਜ਼ 'ਚ ਨਾ ਬਹੁਤ ਫਰਕ ਹੈ ਉਹ ਤਾਂ ਇੰਟਰਵਿਊਜ਼ ਤੁਸੀਂ ਮੇਰੀ ਵੇਖੋਗੇ ਤਾਂ ਆਈ ਯੂਜ਼ ਟੂ ਲਾਈਕ ਬੀ ਬਿੰਦਾਸ ਹੁਣ ਤਾਂ ਹੁਣ ਯੈਸ ਦੇਰ ਇਜ਼ ਅ ਥਿੰਗ ਇਨ ਮਾਈ ਮਾਈਂਡ ਕਿ ਜੇ ਥੋੜੀ ਇੰਗਲਿਸ਼ ਬੋਲ ਦੋ ਫਿਰ ਲੋਕੀ ਕਹਿਣਗੇ ਵੀ ਇੰਗਲਿਸ਼ ਕਿਉਂ ਬੋਲਦੀ ਥੋੜੀ ਪੰਜਾਬੀ ਘੱਟ ਬੋਲਦੀ ਤੇ ਹਿੰਦੀ ਬੋਲਦੀ ਤੇ ਫਿਰ ਉਹਦੇ 'ਚ ਵੀ ਆ ਜਾਂਦਾ ਉਦੋਂ ਯੂ ਆਰ ਜਸਟ ਯੂ ਜੋ ਦਿਲ ਚ ਆ ਰਿਹਾ ਬੋਲੋ ਮਤਲਬ ਕਈ ਵਾਰੀ ਤਾਂ ਪਤਾ ਸ਼ੋਵਰ ਲੈਂਦੇ ਇਹ ਵੀ ਦਿਮਾਗ 'ਚ ਕੁਐਸਚਨ ਆਉਂਦਾ ਸੀ ਕਿ ਜਿਸ ਦਿਨ ਮੈਨੂੰ ਕੋਈ ਇੰਟਰਵਿਊ ਵਾਲਾ ਪੁੱਛੇਗਾ ਨਾ ਕਿ ਵਟ ਸੋਪ ਯੂ ਲਾਈਕ ਤੇ ਫਿਰ ਮੈਂ ਕਹੂੰਗੀ ਇਹ ਵਾਲਾ ਵਧੀਆ ਹੈ ਨਾ ਪਿਛਲਾ ਨਹੀਂ ਸੀ ਵਧੀਆ ਦਿਸ ਵਨ ਇਜ਼ ਗੁੱਡ ਮੈਂ ਇਹਦਾ ਨਾਮ ਲਵਾਂਗੀ ਸੋ ਹਰ ਚੀਜ਼ ਮੇਰੀ ਲਾਈਫ ਦੀ ਉਸ ਅਕੋਰਡਿੰਗ ਚੱਲਦੀ ਸੀ ਕਿ ਜੈਮ ਇਹ ਨਹੀਂ ਅੱਛੀ ਇਹ ਅੱਛੀ ਜੇ ਕੋਈ ਮੈਨੂੰ ਇੰਟਰਵਿਊ ਪੁੱਛੇਗਾ ਨਾ ਕਿਹੜੀ ਜੈਮ ਖਾਣੇ ਹੋ मतलब एक बच्चा है ना वो क्या सोचेगा तो मैं कहूँगी ये जैम नहीं अच्छी थी ये अच्छी थी तो मतलब ਇਹੋ ਜਿਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਕਿ किन्नी छोटी तुसी ला लोगे कि कोई मैंने पूछेगा कि आपको स्कूटर ड्राइव करना अच्छा लगता है कि पीछे बैठना अच्छा लगता है मैं बताऊंगी मुझे ड्राइव करना अच्छा लगता है ਇਹੋ ਜਿਹੀਆਂ ਚੀਜ਼ਾਂ ਮੈਂ ਸੋਚਦੀ ਹੁੰਦੀ ਸੀ ਨਾ ਆਈ ਫੀਲ ਲਾਈਕ ਆਈ ਵਾਸ ਸੋ ਡੰਬ ਨਹੀਂ ਉਹ ਬੱਚਿਆਂ ਦੇ ਇਹੀ ਸਵਾਲ ਹੋ ਸਕਦੇ ਸੀ ਉਸ ਵੇਲੇ ਹੈ ਨਾ ਸੋ ਜਦੋਂ ਪੈਂਪਰ ਡੇ ਹੁੰਦਾ ਹੈ ਖੁਦ ਨੂੰ ਕਰਨ ਦਾ ਹੈ ਨਾ ਕੀ ਕਰਨਾ ਪਸੰਦ ਕਰਦੇ ਆ ਤਾਨੀਆ ਕਿਸ ਤਰ੍ਹਾਂ ਖੁਦ ਨੂੰ ਪੈਂਪਰ ਕਰਦੇ ਆ ਸੋ ਕੇ I don't need anything to pamper myself if you have good beauty sleep once you wake up ਮਨ ਖੁਸ਼ ਹੁੰਦਾ ਇੰਨਾ ਜ਼ਿਆਦਾ that you feel like ਜੰਨਤ ਮਿਲ ਗਈ ਅੱਜ ਤਾਂ ਤੁਹਾਨੂੰ ਨੀਂਦ ਆ ਜਾਂਦੀ ਕਿਉਂਕਿ ਸਾਡੇ ਨਾਲ ਤਾਂ ਇਦਾਂ ਹੁੰਦਾ ਕਿ ਸੌਣ ਦੀ ਕੋਸ਼ਿਸ਼ ਕਰਦੇ ਆ ਨਾ ਬਸ ਯਾਦ ਆ ਜਾ ਅੱਛਾ ਠੀਕ ਹੈ ਸੋਣਾ ਯਾਰ ਇੱਕ ਮਿੰਟ ਆਹ ਚੀਜ਼ ਦੇਖ ਲਾ ਇਹ ਚੀਜ਼ਾਂ ਹੋਣ ਲੱਗ ਪੈਂਦੀਆਂ ਨਹੀਂ ਫੋਨ ਫਲਾਈਟ ਮੋਡ ਤੇ ਰੱਖ ਦੋ and then you have nothing to do then you just keep on twisting on your bed and then eventually you sleep and ਮੈਂ ਉਹ ਵੀ ਦਿਨ ਹੈ ਜਦੋਂ ਮੈਂ 12 ਘੰਟੇ ਸੋ ਕੇ ਕੱਟੇ ਅੱਛਾ and I know there's no shoot I sleep by 11 by night and I wake up by 11 in the morning timer ਲਾ ਕੇ ਕਿ ਉਸ ਤੋਂ ਪਹਿਲੇ ਕੋਈ ਕਾਲ ਨਹੀਂ ਮੈਨੂੰ ਕਰੇ ਕੁਛ ਨਹੀਂ but yes there are days ਕਦੀ ਖੁਸ਼ੀ ਨਾਲ ਸੋਚੀਦਾ ਕਦੀ ਦੁੱਖ ਆਉਂਦਾ ਹੈ ਦੁੱਖ ਲੁਕਾਉਣ ਲਈ ਸੋ ਜਾਓ once you'll wake up you'll forget it ਅੱਛਾ ਇੰਟਰਨੈਟ ਦੀ ਜੇ ਗੱਲ ਕਰਾਂ ਜਾਂ ਸੋਸ਼ਲ ਐਪਸ ਦੀ ਮੈਂ ਜੇ ਗੱਲ ਕਰਾਂ ਮਤਲਬ ਆਰ ਯੂ ਕੰਪਲਸਿਵ ਯੂਜ਼ਰ ਆਫ ਮਤਲਬ ਜੇ ਇੰਸਟਾਗ੍ਰਾਮ ਦੀ ਗੱਲ ਕਰੀਏ ਸਨੈਪਚੈਟ ਦੀ ਕਰੀਏ ਜਾਂ ਫਿਰ ਨਹੀਂ ਓਕੇ ਜ਼ਿਆਦਾ ਨਹੀਂ ਯੂਜ਼ ਕਰਦੇ ਨਹੀਂ ਓਕੇ ਇਟਸ I am using them they are not using me so that's in my mind very clearly ਕਦੋਂ ਤੇ ਕਿੱਥੇ ਯੂਜ਼ ਕਰਨਾ ਜ਼ਿਆਦਾ I go to Instagram I post my photo or my reel or whatever I need to I come back and your recent pictures yaar I must say मतलब ਵਾਹ ਮਤਲਬ ਉਫ ਕਰਕੇ ਇਦਾਂ ਦੇ ਜਿਹੜਾ ਹੈ ਨਾ ਨਿਕਲਦਾ ਹੈ ਚਾਹੇ ਉਹ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਮਤਲਬ ਬੋਲਦੇ ਵਾਹ ਯਾਰ ਇੰਨੀ ਗਲੈਮਰਸ ਪਿਕਚਰਸ ਹੁੰਦੀਆਂ ਇੰਨੀ ਇੱਕ ਸਾਦਗੀ ਜੀ ਵੀ ਜਿਹੜੀ ਆ ਉੱਥੇ ਕੰਬੀਨੇਸ਼ਨ ਜਿਹਾ ਸਾਰਾ ਬਣ ਕੇ ਆਉਂਦਾ ਬਹੁਤ ਪਿਆਰੀ ਪਿਕਚਰਸ ਹੈ ਤੁਹਾਡੀ ਬਹੁਤ ਪਿਆਰੀ ਪੋਸਟ ਹੈ ਜਿਹੜੀ ਰੀਸੈਂਟ ਤੁਸੀਂ ਪਾਈ ਹੈ thank you so much ਓਕੇ ਸੋ ਜਾਂਦੇ ਇਹ ਪੁੱਛਣਾ ਚਾਹੂੰਗੀ ਕਿਉਂਕਿ ਬਹੁਤ ਸਟ੍ਰਿਕਟ ਰਹੇ ਹੋਣਗੇ ਤੁਹਾਡੇ ਪੇਰੈਂਟਸ ਹੈ ਨਾ ਮੈਂ ਕਿਤੇ ਸੁਣਿਆ ਵੀ ਸੀਗਾ ਤੁਹਾਡੀ ਇੱਕ ਇੰਟਰਵਿਊ ਦੇ ਵਿੱਚ ਸੋ ਟਾਈਮ ਦੀ ਕਿੰਨੇ ਪਾਬੰਦ ਹੈ ਤਾਨਿਆ ਮੈਂ ਨਹੀਂ ਕੀ ਨਹੀਂ ਮੈਂ यहाँ टाइम नहीं ਦਿੰਦੀ ਕਿਸੇ ਨੂੰ ਜੇ ਦੇ ਦਾਂ ਤਾਂ ਫਿਰ I give my time properly so usually I don't give time because I feel like ਕਿ book ਪੜ੍ਹ ਲਓ or spend time with myself but if I've given somebody time then I'm always on time ਅੱਛਾ ਸ਼ਾਪਿੰਗ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਕੁੜੀਆਂ ਨੂੰ ਨਹੀਂ ਪਸੰਦ ਹੁੰਦੀ ਸ਼ਾਪਿੰਗ ਕਰਨਾ ਤੁਹਾਨੂੰ ਸੋਣਾ ਪਸੰਦ ਹੈ ਟਰੈਵਲ ਕਰਨਾ ਪਸੰਦ ਹੈ ਕਿਤੇ ਇਕੱਲੇ ਘੁੰਮਣਾ ਪਸੰਦ ਹੈ ਸ਼ਾਪਿੰਗ ਦੀ ਜ਼ਿਆਦਾ ਨਹੀਂ ਮਤਲਬ ਪਸੰਦ ਨਹੀਂ
ठीक है, मतलब आई डू बाय माई थिंग्स वंस आई एम बैक टू कैनेडा, मैं सारा स्टॉक इकट्ठा करके आई कम बैक हेयर, अच्छा बट पाने में ਉਹੀ ਇੱਕ ਲੋਅਰ ਤੇ ਇੱਕ ਹੁੱਡੀ ਹੁੰਦੀ ਹੈ ਐਂਡ ਮਾਈ ਪੈਰੈਂਟਸ ਸੇ ਲਾਈਕ ਯੂ ਵੇਅਰ ਵਾਰਡਰੋਬ ਲਾਈਕ ਤੇਰੇ ਕੋ ਕੱਪੜੇ ਹੈ ਨਹੀਂ, ਬਟ ਯੂ ਨੋ ਇਟਸ ਨਾਟ ਕੱਪੜੇ ਹੈ ਨਹੀਂ, ਐਵਰੀਬਡੀ ਆਈ ਥਿੰਕ ਆਲ ਦੀ ਪੀਪਲ ਕੈਨ ਰਿਲੇਟ ਵਿਦ ਮੀ, ਜਿਹੜਾ ਤੁਹਾਨੂੰ ਕੱਪੜਾ ਇੱਕ ਵਾਰੀ ਕੰਫਰਟੇਬਲ ਬਹਿ ਉਹ ਗਿਆ ਵੀ ਪਾਓਗੇ you just wear them and every penny ਉਸ ਕੱਪੜੇ ਦੀ ਰਿਕਵਰ ਕੀਤੀ ਜਾਂਦੀ ਹੈ, so I'm okay, but so many people around shop for me, so I'm little relaxed in that thing कि ठीक है, take my card and bring me some stuff, whatever your choice is, so I'm okay with ਅੱਛਾ ਸਰਪ੍ਰਾਈਜ਼ਸ ਕਿੰਨੇ ਪਸੰਦ ਆ ਤਾਨੀਆ ਨੂੰ it. See, if it is good cake or gifts, then I like it. If it is like somebody's walking out of my life and giving me a surprise, then I ਉਹ don't like surprise then I don't like it, because ਤੁਹਾਨੂੰ suddenly ਸਵੇਰੇ ਉੱਠ ਕੇ ਪਤਾ ਲੱਗੇ ਵੀ ਅਗਲਾ ਬੰਦਾ ਪਿਛਲੇ 3 ਮਹੀਨਿਆਂ ਤੋਂ ਕੋਈ ਗਰਜ ਆਪਣੇ ਮਨ 'ਚ ਲੈ ਕੇ ਬੈਠਾ ਸੀ ਐਂਡ ਸਡਨਲੀ ਅੱਜ ਉਹਨੇ ਖੋਲਤੀ. I don't like those surprises. You have some problem with me, come and tell me. So there's integrity of surprise ਕਿ ਜੇ ਤੇ ਗਿਫਟਸ ਭੇਜ ਰਹੇ ਹੋ it's okay. If it is cakes or birthdays or good surprises, I like them. Heavy surprises I don't like. ਸੋ ਥੈਂਕ ਯੂ ਸੋ ਮਚ ਤਾਨੀਆ ਫॉर गिविंग ਅਸ योर टाइम ਐਂਡ ਬਹੁਤ ਵਧੀਆ ਲੱਗੇ ਤੁਹਾਡੇ ਨਾਲ ਗੱਲਬਾਤ ਕਰਕੇ ਐਂਡ ਸਪੈਸ਼ਲੀ ਮੈਂ ਦੁਬਾਰਾ ਕਹੂੰਗੀ ਆਪਣੇ ਇੰਨੇ ਬਿਜ਼ੀ ਸਕੇਜੂਲ ਵਿੱਚੋਂ ਸਾਨੂੰ ਟਾਈਮ ਦਿੱਤਾ ਐਂਡ ਟਾਈਮ ਦੀ ਵੀ ਕੋਈ ਉਹ ਨਹੀਂ ਰੱਖੀ ਕਿ ਹਾਂ ਮੈਂ ਇੰਨੇ ਮਿੰਟ ਦੀ ਇੰਟਰਵਿਊ ਕਰਨੀ ਹੈ ਤਾਂ ਥੈਂਕ ਯੂ ਸੋ ਮਚ ਐਂਡ ਵੀ ਹੋਪ ਕਿ ਆਉਣ ਵਾਲੇ ਜਿੰਨੇ ਵੀ ਤੁਹਾਡੇ ਪ੍ਰੋਜੈਕਟਸ ਹੈਗੇ ਆ ਉਹ ਬਹੁਤ ਜ਼ਿਆਦਾ ਵਧੀਆ ਰਹਿਣ ਤਾਨੀਆ ਦੀ ਲਾਈਫ ਹਮੇਸ਼ਾ ਖੁਸ਼ ਰਹੇ ਔਰ ਅੱਛੇ ਅੱਛੇ ਪ੍ਰੋਜੈਕਟ ਵੀ ਸਾਨੂੰ ਤਾਨੀਆ ਦਿਖਦੇ ਰਹਿਣ ਹਮੇਸ਼ਾ ਸੋ ਸਾਡੇ ਵਿਊਅਰਸ ਨੂੰ ਕੁਝ ਕਹਿਣਾ ਚਾਹੋਗੇ ਜਾਂਦੇ ਜਾਂਦੇ ਥੈਂਕ ਯੂ ਸੋ ਮਚ, ਤੁਸੀਂ ਮੈਨੂੰ ਹਮੇਸ਼ਾ ਬਹੁਤ ਸਾਰਾ ਪਿਆਰ ਦਿੱਤਾ ਐਂਡ ਆਈ ਟਰਾਈ ਕਿ ਮੈਂ એનર્ਜੀ ਆਪਣੀ ਇੰਟਰਵਿਊਜ਼ 'ਤੇ ਘੱਟ ਲਾਵਾਂ ਪਰ ਆਪਣੀ ਔਨ ਸਕਰੀਨ ਪਰਫੋਰਮੈਂਸ 'ਤੇ ਜ਼ਿਆਦਾ ਲਗਾਵਾਂ. ਸੋ ਮੇਬੀ ਦੇਰ ਆਰ ਥਿੰਗਸ ਦੈਟ ਆਰ ਅਨਟੱਚਡ ਐਂਡ ਆਈ ਕੈਨੋਟ ਐਕਸਪਲੇਨ ਹੇਅਰ ਇਨ ਇੰਟਰਵਿਊ, ਬਟ ਯੂ ਜਸਟ ਕੀਪ ਦੈਟ ਅਪਾਰਟ. ਜਿਵੇਂ ਤੁਸੀਂ ਮੈਨੂੰ ਔਨ ਸਕਰੀਨ ਹਮੇਸ਼ਾ ਪਿਆਰ ਦਿੱਤਾ, ਮੇਰੇ ਕੈਰੈਕਟਰਸ ਨੂੰ ਹਮੇਸ਼ਾ ਆਪਣੇ ਨਾਲ ਲੈ ਕੇ ਗਏ ਥੀਏਟਰਸ ਤੋਂ ਵਾਪਸ, ਅੱਗੇ ਵੀ ਉਵੇਂ ਹੀ ਆਪਣਾ ਪਿਆਰ ਦਿੰਦੇ ਰਹੋ ਐਂਡ ਆਈ ਟਰਾਈ ਦੀ ਬੈਸਟ ਕਿ ਮੈਂ ਤੁਹਾਨੂੰ ਐਂਟਰਟੇਨ ਕਰਦੀ ਰਹਾਂ ਐਂਡ ਐਕਸਪੈਰੀਮੈਂਟਸ ਕਰਦੀ ਰਹਾਂ ਐਂਡ ਵਰਸਟੈਲਿਟੀ ਲਿਆਂਦੀ ਰਹਾਂ. ਦੈਟਸ ਐਵਰੀਥਿੰਗ ਫॉर मी. ਥੈਂਕ ਯੂ ਸੋ ਮਚ ਫॉर ਆਲਵੇਜ਼ ਬੀਇੰਗ ਮਾਈ ਸਾਈਡ. ਥੈਂਕ ਯੂ ਸੋ ਮਚ ਤਾਨੀਆ ਥੈਂਕ ਯੂ. ਸੋ ਇਸ ਇਨਸਾਨ ਨਾਲ ਤਾਨੀਆ ਅਗਲੀ ਵਾਰ ਕਿਸੇ ਹੋਰ ਆਰਟਿਸਟ ਨੂੰ ਤੁਹਾਡੇ ਮੁਖਾਤਿਬ ਕਰਾਵਾਂਗੇ ਬਟ ਫਿਲਹਾਲ ਅੱਜ ਦੇ ਲਈ ਇੰਨਾ ਹੀ ਮਿਲਦੇ ਅਗਲੀ ਵਾਰ ਬਾਏ ਬਾਏ